ਪ੍ਰੇਮ ਨਾਲ ਅੰਮ੍ਰਿਤਮਈ ਸੰਗਰਾਦ ਦੀ ਕਥਾ ਅਤੇ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟਿ ਇੰਦਰ ਇੰਦਰਾਣ ਸਾਹੀ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਜਾ ਕਉ ਹਰਿ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਵਸਹਿ ਮਿਰਹੀਅਰੈ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕੈ ਸੁਖ ਏਹੀ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ
ਤੀਹਾ ਹਉ ਕਰੀ ਵਖਿਆਨ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਤਿਕ ਕਰਮ ਕਮਾਵਣੇ ਦੋਸ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਕਤਿਕ ਕਰਮ ਕਮਾਵਣੇ ਦੋਸ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਵੇਮੁਖ ਹੋਏ RAM ਤੇ ਲਗਨ ਜਨਮ ਵਿਜੋਗ। ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਵਿੱਚ ਨ ਕੋਈ ਕਰ ਸਕੈ ਕਿਸ ਥੈ ਰੋਵਹਿ ਰੋਜ। ਕੀਤਾ ਕਿਛੂ ਨ ਹੋਵਈ ਲਿਖਿਆ ਤੁਰ ਸੰਜੋਗ। ਵਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰਹਿ ਸਭ ਵਿਯੋਗ। ਨਾਨਕ ਕਉ ਪ੍ਰਭ ਰਾਖ ਲੇਹ ਮੇਰੇ ਸਾਹਿਬ ਬੰਦੀ ਮੋਚ। ਕਤਿਕ ਹੋਵੈ ਸਾਧ ਸੰਗ ਬਿਨਸਹਿ ਸਭੇ ਸੋਚ। ਨਾਨਕ ਕਉ ਪ੍ਰਭ ਰਾਖ ਲੇਹ ਮੇਰੇ ਸਾਹਿਬ ਬੰਦੀ ਮੋਚ। ਕਤਿਕ ਹੋਵੈ ਸਾਧ ਸੰਗ ਬਿਨਸਹਿ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ। ਬਖਸ਼ਿਸ਼ਾਂ ਦੇ ਸਾਗਰ ਆਤਮ ਰਸ ਦੇ ਦਾਤੇ ਬ੍ਰਹਮ ਗਿਆਨ ਦੇ ਸੂਰਜ ਪਰਮ ਪਿਤਾ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਗੁਰ ਪਰਮੇਸ਼ਰ ਕਲਗੀਧਰ ਦਸ਼ਮੇਸ਼ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਚੋਜੀ ਪ੍ਰੀਤਮ ਸ਼ਮਸ਼ੇਰ ਬਹਾਦਰ ਚਿੱਟਿਆਂ ਬਾਜਾਂ ਵਾਲੇ ਸਰਫੰਸ ਦਾਨੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸ਼ਾਹੇ ਸ਼ਹਿਨਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਪਰਮ ਕਿਰਪਾਲੂ ਜੀ ਸਰਬਤ ਜੀਆਂ ਦੀ ਕਲਿਆਣ ਹਿਤ ਸਭਨਾ ਤੇ ਬਖਸ਼ਿਸ਼ ਕਿਰਪਾਲਤਾ ਰਹਿਮਤ ਕਰਦਿਆਂ ਹੋਇਆਂ ਆਪਣੇ ਪਾਵਨ ਸਤਜੁਗੀ ਤਪ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁਖ ਦੇ ਦਰਸ਼ਨ ਦੀਦਾਰ ਮੇਲੇ ਸਾਹਿਤ ਦਸਾਂ ਹੀ ਪਾਤਸ਼ਾਹੀਆਂ ਜੀ ਦੇ ਪਾਵਨ ਆਤਮਿਕ ਸਰੂਪ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਤ ਸੰਗਤ ਰੂਪੀ ਗੋਦ ਬਖਸ਼ਿਸ਼ ਕਰਕੇ ਸਭਨਾਂ ਨੂੰ ਨਿਹਾਲ ਕਿਰਤਾਰਥ ਕਰ ਰਹੇ ਨੇ। ਵੱਡਿਆਂ ਭਾਗਾਂ ਵਾਲਿਆਂ ਨੇ ਕੱਤਕ ਦੀ ਮਹੀਨੇ ਦੀ ਸੰਗਰਾਂਦ ਦਾ ਸਮਾਂ ਜਾਣਦਿਆਂ ਹੋਇਆਂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸੱਚਖੰਡ ਦਰਬਾਰ ਵਿਖੇ ਹਾਜ਼ਰੀਆਂ ਭਰ ਕਰਕੇ ਪਾਵਨ ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹ ਸ਼ਰਾਵਣ ਅਤੇ ਗਾਇਨ ਕਰਕੇ ਆਤਮ ਆਨੰਦ ਨੂੰ ਮਾਨਣਾ ਕੀਤਾ ਹੈ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸਭਨਾਂ ਦੀਆਂ ਝੋਲੀਆਂ ਬਖਸ਼ਿਸ਼ਾਂ ਦੇ ਨਾਲ ਦਾਤਾਂ ਦੇ ਨਾਲ ਮਿਹਰਾਂ ਦੇ ਨਾਲ ਨਾਮ ਦੇ ਨਾਲ ਭਰ ਕਰਕੇ ਕਿਰਤਾਰਥ ਕਰ ਰਹੇ ਨੇ। ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਿਆਂ ਕਰਨ ਵਾਸਤੇ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਅਤੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੱਤਕ ਦੇ ਮਹੀਨੇ ਦੇ ਸੰਗਰਾਂਦ ਦਾ ਫਲਾਦੇਸ਼ ਜੋ ਗੁਰ ਸ਼ਬਦ ਦੁਆਰਾ ਬਖਸ਼ਿਸ਼ ਕਰਨਾ ਕਰਦੇ ਨੇ
ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗੁਰ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਸ਼ਰਵਣ ਕਰਕੇ ਵਡਭਾਗੇ ਬਣੀਏ ਜੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਪਾਵਨ ਨਾਮ, ਰਸਨਾ ਦੀ ਪਵਿੱਤਰਤਾ ਤੇ ਹਿਰਦੇ ਦੀ ਇਕਾਗਰਤਾ ਦੇ ਵਾਸਤੇ ਪਿਆਰ ਦੇ ਸਹਿਤ ਉਚਾਰਨਾ ਕਰੀਏ। ਸਰਬਤ ਮਾਈ ਭਾਈ ਪਿਆਰ ਨਾਲ ਉਚਾਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਤਿਕ ਕਰਮ ਕਮਾਵਣੇ, ਦੋਸ ਨ ਕਾਹੂ ਜੋਗ। ਸਾਧ ਸੰਗਤ ਜੀ, ਅੱਜ ਕੱਤਕ ਦੇ ਮਹੀਨੇ ਦੀ ਪ੍ਰਾਰੰਭਤਾ ਦਾ ਦਿਹਾੜਾ, ਸੰਗਰਾਂਦ ਦਾ ਦਿਹਾੜਾ ਏ। ਅਕਾਲ ਪੁਰਖ ਵਾਹਿਗੁਰੂ ਜੀ ਨੇ ਜੋ ਕਾਇਨਾਤ ਸਾਜੀ ਏ, ਸ੍ਰਿਸ਼ਟੀ ਸਾਜੀ ਏ, ਇਸ ਸ੍ਰਿਸ਼ਟੀ ਦੀ, ਕਾਇਨਾਤ ਦੀ, ਬ੍ਰਹਿਮੰਡ ਦੀ ਇੱਕ ਮਰਿਆਦਾ ਬਣਾਈ ਏ। ਦਿਨ ਰਾਤ, ਧੁੱਪ ਛਾਂ, ਚੰਦ ਸੂਰਜ ਦੀਆਂ ਡਿਊਟੀਆਂ ਲਗਾ ਕਰਕੇ, ਥਿਤੀਆਂ ਬਣਾ ਕਰਕੇ, ਵਾਰ ਬਣਾ ਕਰਕੇ, ਮਹੀਨੇ ਬਣਾ ਕਰਕੇ, ਸਾਲ ਬਣਾ ਕਰਕੇ ਇੱਕ ਮਰਿਆਦਾ ਕਾਇਮ ਕੀਤੀ ਏ। ਜੇਕਰ ਦਿਨ ਨਾ ਹੁੰਦੇ, ਰਾਤਾਂ ਨਾ ਹੁੰਦੀਆਂ, ਦਿਨ ਇਕੱਲੇ ਹੁੰਦੇ, ਰਾਤਾਂ ਨਾ ਹੁੰਦੀਆਂ, ਤੇ ਮਨੁੱਖ ਨੇ ਕੰਮ ਕਰ ਕਰਕੇ ਕਮਲਾ ਹੋ ਜਾਇਆ ਕਰਨਾ ਸੀ, ਤੇ ਘਰ ਵਾਲਿਆਂ ਨੇ ਕਿਸੇ ਨੇ ਸੌਣ ਵੀ ਨਹੀਂ ਸੀ ਦਿਆ ਕਰਨਾ। ਤੂੰ ਸੁੱਤਾ ਪਿਆ, ਚੱਲ ਉੱਠ ਕੇ ਕੰਮ ਕਰ। ਮਰਿਆਦਾ ਬਣਾ ਦਿੱਤੀ ਹੈ। ਦਿਨ ਵੇਲੇ ਕੰਮ ਕਾਰਜ ਕਰਕੇ ਮਨੁੱਖ ਸੁੱਤਾ ਥੱਕਿਆ ਹੈ, ਤੇ ਰਾਤ ਨੂੰ ਸੌਂ ਕਰਕੇ ਥਕੇਵਾਂ ਜਿਹੜਾ ਹੈ ਦੂਰ ਕਰ ਲਵੇ, ਸ਼ਰਮ ਨੂੰ ਦੂਰ ਕਰ ਲਵੇ। ਤੇ ਜੇ ਕੱਲੀ ਰਾਤ ਹੀ ਹੁੰਦੀ ਤੇ ਕਿਸੇ ਨੇ ਉੱਠ ਕੇ ਕੰਮਕਾਰ ਹੀ ਨਹੀਂ ਸੀ ਕਰਨਾ, ਭੁੱਖਿਆ ਹੀ ਮਰ ਜਾਣਾ ਸੀ ਬਹੁਤੀ ਦੁਨੀਆ ਨੇ। ਤੇ ਮਹਾਰਾਜ ਸਾਹਿਬ ਜੀ ਨੇ ਰਾਤ ਦੇ ਨਾਲ ਦਿਨ ਨੂੰ ਬਣਾ ਕੀਤਾ ਹੈ, ਪੇਟ ਨੂੰ ਪਾਲਣ ਵਾਸਤੇ, ਉਪਜੀਵਕਾ ਚਲਾਉਣ ਵਾਸਤੇ, ਸਤ ਸੰਗਤ ਕਰਨ ਵਾਸਤੇ, ਸਾਧ ਸੰਗਤ ਵਿੱਚ ਜਾਣ ਕਰਕੇ, ਚੌਂਕੜੇ ਲਾਉਣ ਕਰਕੇ ਗਰੀਬ ਨਿਵਾਜ ਸਾਹਿਬ ਜੀ ਨੇ ਦਿਨ ਵੀ ਬਣਾ ਕੀਤਾ ਹੈ। ਦਿਨ ਅਤੇ ਰਾਤ ਦੀ ਸੰਗਿਆ ਨੂੰ ਥਿਤੀ ਦਾ ਨਾਮ ਦਿੱਤਾ ਹੈ। 7 ਥਿਤਾਂ ਦਾ ਇੱਕ ਹਫ਼ਤਾ ਹੈ, 4 ਹਫ਼ਤਿਆਂ ਦਾ ਇੱਕ ਮਹੀਨਾ, 12 ਮਹੀਨਿਆਂ ਦਾ ਇੱਕ ਸਾਲ, 10 ਸਾਲਾਂ ਦਾ ਦਹਾਕਾ, 10 ਦਹਾਕਿਆਂ ਦੀ ਇੱਕ ਸਦੀ। ਇਸੇ ਪ੍ਰਕਾਰ 4 ਯੁੱਗ, ਇਹ ਸਾਰੀ ਮਰਿਆਦਾ ਹੈ ਨਾ। ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਰਿਆਦਾ ਦੇ ਅਨੁਸਾਰ ਜਦੋਂ ਦਿਨ ਰਾਤ ਬਦਲਦੇ ਨੇ ਤੇ ਫਿਰ ਮੌਸਮ ਵੀ ਬਦਲਦਾ ਹੈ, ਰੁੱਤਾਂ ਬਦਲਦੀਆਂ ਨੇ, ਮਹੀਨੇ ਬਦਲਦੇ ਨੇ, ਰੁੱਤਾਂ ਵੀ ਬਦਲਦੀਆਂ। ਜਿਸ ਦਿਨ ਸੂਰਜ ਆਪਣੇ ਘਰ ਅਤੇ ਰਾਸ ਨੂੰ ਬਦਲਦਾ ਹੈ, ਇੱਕ ਘਰ ਚੋਂ ਦੂਜੇ ਘਰ ਵਿੱਚ ਜਾਂਦਾ ਹੈ, ਰਾਸ ਬਦਲਦੀ ਹੈ, ਤਿਸ ਦਾ ਨਾਮ ਹੈ ਸੰਗਰਾਂਦ। ਤੇ 12 ਮਹੀਨਿਆਂ ਦਾ ਇੱਕ ਸਾਲ ਹੈ, ਤੇ ਸਾਧ ਸੰਗਤ ਜੀ 2-2 ਮਹੀਨਿਆਂ ਦੀ ਇੱਕ ਰੁੱਤ ਹੈ। ਚੇਤ ਅਤੇ ਵੈਸਾਖ 2 ਮਹੀਨੇ ਨੇ, ਇਹ ਬਸੰਤ ਰੁੱਤ ਹੈ। ਜੇਠ ਹਾੜ ਜਿਹੜੇ 2 ਮਹੀਨੇ ਨੇ, ਇਹ ਗਰੀਖਮ ਗਰਮੀ ਦੀ ਰੁੱਤ ਹੈ। ਸਾਵਣ ਭਾਦਰੋਂ ਇਹ ਤੀਜੀ ਰੁੱਤ 2 ਮਹੀਨਿਆਂ ਦੀ ਬਣਦੀ ਹੈ, ਪਾਵਸ ਬਰਸਾਤ ਦੀ ਰੁੱਤ। ਅੱਸੂ ਤੇ ਕੱਤਕ ਇਹ ਚੌਥੀ ਰੁੱਤ ਹੈ, 7ਵੇਂ ਤੇ 8ਵੇਂ ਮਹੀਨੇ ਦੀ। ਇਸ ਨੂੰ ਸਰਦ ਰੁੱਤ ਆਖਿਆ ਜਾਂਦਾ ਹੈ। ਮੌਸਮ ਬਦਲਦਾ ਹੈ, ਗਰਮੀ ਜਿਹੜੀ ਘਟ ਜਾਂਦੀ ਹੈ, ਠੰਡ ਦਾ ਵਰਤਾਰਾ ਵਰਤਦਾ ਹੈ। ਇਸੇ ਪ੍ਰਕਾਰ ਮੱਘਰ ਤੇ ਪੋਹ ਜਿਹੜੇ 2 ਮਹੀਨੇ ਨੇ, ਇਹ ਸਿਸਰ ਰੁੱਤ ਹੈ। ਵਾਹਿਗੁਰੂ, ਇਹ ਠੰਡ ਦੀ ਰੁੱਤ ਹੈ। ਠੰਡ ਦੀ ਰੁੱਤ ਜ਼ਿਆਦਾ ਹੋਣ ਕਰਕੇ ਬਰਫ਼ ਪੈਂਦੀ ਏ, ਕੋਹਰੇ ਪੈਂਦੇ ਨੇ, ਤੇ ਕੋਹਰਾ ਪੈਣ ਕਰਕੇ ਇਸ ਨੂੰ ਹਿਮ ਰੁੱਤ ਆਖਿਆ ਜਾਂਦਾ, ਬਰਫੀਲੀ ਰੁੱਤ। ਤੇ ਇਸੇ ਪ੍ਰਕਾਰ ਸਾਧ ਸੰਗਤ ਜੀ, ਮਾਘ ਤੇ ਫੱਗਣ ਇਹ ਸਿਸਰ ਭਾਵ ਕੇ ਪਤਝੜ ਦੀ ਰੁੱਤ ਹੈ। ਪੁਰਾਣੇ ਪੱਤੇ ਝੜ ਜਾਂਦੇ ਨੇ, ਦਰਖਤਾਂ ਤੋਂ ਨਵੀਂ ਬਹਾਰ ਆਉਂਦੀ ਏ, ਪੰਗਾਰਾ ਆਉਂਦਾ ਹੈ, ਕੁਰੰਬਲੀਆਂ ਫੁੱਟਦੀਆਂ ਨੇ। ਇਸ ਪ੍ਰਕਾਰ ਸਾਰਾ ਕਾਇਨਾਤ ਦਾ, ਕੁਦਰਤ ਦਾ ਵਾਹਿਗੁਰੂ ਜੀ ਨੇ ਕਾਲ ਚੱਕਰ ਬਣਾਇਆ ਹੋਇਆ, ਗੇੜ ਬਣਾਇਆ ਹੋਇਆ, ਆਪਣੀ ਮਰਿਆਦਾ ਦੇ ਅੰਦਰ ਰੱਖ ਕਰਕੇ। ਤੇ ਅੱਜ ਸਾਧ ਸੰਗਤ ਜੀ ਕੱਤਕ ਦੇ ਮਹੀਨੇ ਦੀ ਸੰਗਰਾਂਦ ਹੈ, ਤੇ ਜੋ ਸਰਦ ਰੁੱਤ ਦੇ ਇਹ ਦੂਜੇ ਮਹੀਨੇ ਦੀ ਸੰਗਰਾਂਦ ਹੈ। 2-2 ਮਹੀਨਿਆਂ ਦੀ ਇੱਕ ਰੁੱਤ ਹੈ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਪਰ ਉਪਕਾਰੀ ਧੀਰਜ ਧਾਰੀ ਜੀ 7 ਦਾ ਉਪਦੇਸ਼ ਬਖਸ਼ਿਸ਼ ਕਰਨਾ ਕਰਦੇ ਨੇ। ਭਾਈ, ਸਰੀਰ ਜਿਹੜਾ ਹੈ ਇਹ ਕਰਮਾਂ ਦੀ ਖੇਤੀ ਏ, ਕਰਮਾਂ ਦੀ ਭੂਮੀ ਏ, ਇਹ ਕਰਮਾਂ ਦੀ ਰੁੱਤ ਇਸ ਦੇ ਅੰਦਰ ਆਉਂਦੀ ਏ। ਜਿਵੇਂ ਪ੍ਰਤੱਖ ਬਾਹਰ ਰੁੱਤ ਆਉਂਦੀ ਏ, ਰੁੱਤ ਬਦਲਦੀ ਏ, ਬਹਾਰਾਂ ਬਦਲਦੀਆਂ ਨੇ, ਤੇ ਮੌਸਮ ਦੇ ਅਨੁਸਾਰ, ਬਹਾਰ ਦੇ ਅਨੁਸਾਰ ਬੀਜ ਬੀਜਿਆ ਜਾਂਦਾ, ਖੇਤੀ ਕੀਤੀ ਜਾਂਦੀ ਹੈ ਨਾ। ਇਹ ਜਿਹੜਾ ਮਨੁੱਖਾ ਜਨਮ, ਇਹ ਰੁੱਤ ਹੈ ਨਾਮ ਬੀਜਣ ਦੀ। ਸਰੀਰ ਰੂਪੀ ਪੈਲੀ ਦੇ ਅੰਦਰ, ਸਰੀਰ ਰੂਪੀ ਖੇਤ ਦੇ ਅੰਦਰ ਭਾਈ ਤੂੰ ਨਾਮ ਨੂੰ ਬੀਜ ਲੈਣਾ ਕਰ। ਅਬ ਕਲੂ ਆਇਓ ਰੇ, ਇੱਕ ਨਾਮ ਬੋਵਹੁ ਬੋਵਹੁ,
ਅਨ ਰੂਤ ਨਾਹੀ ਨਾਹੀ ਮਤ ਭਰਮ ਭੂਲੋ ਭੂਲੋ। ਹੁਣ ਹੋਰ ਰੁੱਤ ਨਹੀਂ ਹੈ। ਜਪ ਤਪ ਸੰਜਮ ਜਗ ਤੀਰਥ ਇਤਿਆਦਿਕ ਇਹਨਾਂ ਸਾਰਿਆਂ ਦੀ ਹੁਣ ਜਿਹੜੀ ਰੁੱਤ ਨਹੀਂ ਹੈ। ਹੁਣ ਰੁੱਤ ਨਾਮ ਬੀਜਣ ਦੀ ਹੈ। ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋਵਾ ਆਏ। ਸਰੀਰ ਰੂਪੀ ਖੇਤੀ ਦੇ ਵਿੱਚ ਭਾਈ ਜਿਹੜਾ ਵੀ ਕਰਮਾ ਰੂਪੀ ਬੀਜ ਲੈਣਾ ਕਰੋਗੇ, ਅੰਤ ਸਮੇਂ ਨੂੰ ਸੁੱਖ ਅਤੇ ਦੁੱਖ ਰੂਪੀ ਫਲ ਦੇਣ ਵਾਸਤੇ ਉਹ ਪ੍ਰਗਟ ਹੋ ਆਵੇਗਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਪਰਮ ਕਿਰਪਾਲੂ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਤੇ ਮੁਖੀ ਸਿੱਖਾਂ ਦੀ ਬੇਨਤੀ ਤੇ ਜੋ 12 ਮਾਹਾ ਮਾਝ ਰਾਗ ਦੇ ਅੰਦਰ ਗੁਰਬਾਣੀ ਉਚਾਰਨਾ ਕੀਤੀ ਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਕੱਤਕ ਦੇ ਮਹੀਨੇ ਦੁਆਰਾ ਜੋ ਉਪਦੇਸ਼ ਬਖਸ਼ਿਸ਼ ਕਰਨਾ ਕਰਦੇ ਨੇ, ਭਾਈ ਸੁੱਖ ਦੁੱਖ ਪੁਰਬ ਜਨਮ ਕੇ ਕੀਏ। ਜੇ ਮਨੁੱਖ ਨੂੰ ਸੁੱਖ ਜਾਂ ਦੁੱਖ ਪ੍ਰਾਪਤ ਹੁੰਦੇ ਨੇ ਤੇ ਆਪਣੇ ਕਰਮਾਂ ਦੇ ਅਨੁਸਾਰ ਪ੍ਰਾਪਤ ਹੁੰਦੇ ਨੇ। ਮਾੜੇ ਕਰਮ ਕਰਨ ਵਾਲੇ ਦੁੱਖ ਭੋਗਦੇ ਨੇ, ਚੰਗੇ ਕਰਮ ਪਰਉਪਕਾਰ ਕਰਮ ਕਰਨੇ ਵਾਲੇ ਸੁੱਖ ਭੋਗਦੇ ਨੇ। ਤੇ ਮਹੀਨੇ ਦੇ ਨਾਮ ਨੂੰ ਆਧਾਰ ਬਣਾ ਕਰਕੇ ਸਾਹਿਬ ਜੀ ਫਰਮਾਉਂਦੇ ਨੇ, ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ। ਕਤਕ ਦੇ ਮਹੀਨੇ ਦੁਆਰਾ ਸਾਹਿਬ ਫਰਮਾਨ ਕਰਦੇ ਨੇ, ਜਿਹੋ ਜਿਹੇ ਕਰਮਾਂ ਨੂੰ ਕੋਈ ਕਮਾਵਣਾ ਕਰਦਾ ਹੈ ਉਹੋ ਜਿਹਾ ਫਲ ਭੋਗ ਲੈਂਦਾ ਹੈ। ਤੇ ਜੇ ਆਪਣੇ ਕਰਮਾਂ ਦੇ ਅਨੁਸਾਰ ਜੀਵ ਨੂੰ ਦੁੱਖ ਪ੍ਰਾਪਤ ਹੋ ਜਾਵੇ ਤੇ ਕਿਸੇ ਹੋਰ ਨੂੰ ਦੋਸ਼ ਦੇਣਾ ਯੋਗ ਨਹੀਂ। ਅਸੀਂ ਅਕਸਰ ਆਪਣੇ ਸੰਬੰਧੀਆਂ ਨੂੰ, ਰਿਸ਼ਤੇਦਾਰਾਂ ਨੂੰ, ਮਿੱਤਰਾਂ ਨੂੰ, ਇਤਿਆਦਿਕਾਂ ਨੂੰ ਜਿੱਥੇ ਤੱਕ ਪਹੁੰਚ ਹੋਵੇ, ਦੁੱਖ ਆ ਜਾਵੇ ਤੇ ਉਹਨਾਂ ਨੂੰ ਦੋਸ਼ ਦੇ ਦਿੰਦੇ ਆ, ਨੁਕਸਾਨ ਆ ਜਾਵੇ ਤੇ ਦੋਸ਼ ਦੇ ਦਿੰਦੇ ਆ, ਸਾਰੇ ਮੈਨੂੰ ਦੁਖੀ ਕਰਦੇ ਨੇ। ਇਵੇਂ ਦੀ ਸਾਡੀ ਬਿਰਤੀ ਹੁੰਦੀ ਹੈ। ਪਰ ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਜਿਹੜੇ ਕਰਮ ਆਪਣੇ ਕੀਤੇ ਹੋਏ ਨੇ, ਦੁੱਖ ਸੁੱਖ ਉਹਨਾਂ ਦੇ ਮੁਤਾਬਿਕ ਮਿਲਦੇ ਨੇ। ਤੇ ਸਾਧ ਸੰਗਤ ਜੀ, ਵੇਦ ਅਤੇ ਸ਼ਾਸਤਰਾਂ ਨੇ 2 ਪ੍ਰਕਾਰ ਦੇ ਕਰਮ ਮੰਨੇ ਨੇ, ਵਿਹਿਤ ਕਰਮ, ਅਵਿਹਿਤ ਕਰਮ। ਵਿਹਿਤ ਕਰਮ ਕਹੇ ਜਾਂਦੇ ਨੇ ਜਿਨ੍ਹਾਂ ਕਰਮਾਂ ਨੂੰ ਕਰਨੇ ਦੀ ਆਗਿਆ ਗੁਰ ਪਰਮੇਸ਼ਰ ਜੀ ਤੇ ਵੇਦ ਸ਼ਾਸਤਰ ਦਿੰਦੇ ਹੋਣ, ਹੁਕਮ ਦਿੰਦੇ ਹੋਣ, ਭਾਈ ਤੂੰ ਇਹ ਸ਼ੁਭ ਕਰਮ ਕਰਨੇ ਨੇ, ਉਹਨਾਂ ਨੂੰ ਵਿਹਿਤ ਕਰਮ ਆਖਿਆ ਜਾਂਦਾ ਹੈ। ਤੇ ਜਿਹੜਾ ਵਿਹਿਤ ਕਰਮ ਹੈ ਸਾਧ ਸੰਗਤ ਜੀ, ਇਸ ਦੇ 5 ਪ੍ਰਕਾਰ ਨੇ। 5 ਪ੍ਰਕਾਰ ਦੇ ਕਹੇ ਜਾਂਦੇ ਨੇ, ਨਿਤ ਕਰਮ, ਨਿਮਿਤ ਕਰਮ, ਸਕਾਮ ਕਰਮ, ਨਿਸ਼ਕਾਮ ਕਰਮ ਤੇ ਪ੍ਰਾਸ਼ਚਿਤ ਕਰਮ। ਸਤਿਗੁਰੂ ਜੀ ਨੇ ਜਿਹੜੇ ਗੁਰਸਿੱਖਾਂ ਨੂੰ, ਸਾਨੂੰ ਸਭਨਾਂ ਨੂੰ, ਸਰਬਤ ਸੰਸਾਰ ਨੂੰ ਵਿਹਿਤ ਕਰਮ ਸ਼ੁਭ ਕਰਮ ਦੱਸੇ ਨੇ ਨਾ, ਜਦੋਂ ਦਿਨ ਚੜ੍ਹਦਾ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲ ਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਹਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕੇ ਲਿਖ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿਦਿਆ ਉੱਠਦਿਆ ਹਰ ਨਾਮ ਧਿਆਵੈ, ਚਲਤ ਬੈਸਤ ਸੋਵਤ ਜਾਗਤ ਗੁਰ ਮੰਤਰ ਹਿਰਦੈ ਚਤਾਰ। ਇਹ ਗੁਰਸਿੱਖ ਦੇ ਜੀਵਨ ਦੀ ਨਿਤ ਦੀ ਕਿਰਿਆ ਹੈ, ਨਿਤ ਦੀ ਮਰਿਆਦਾ। ਇਹ ਕੰਮ ਕੋਈ ਇੱਕ ਦਿਨ ਦਾ ਨਹੀਂ ਹੈ, ਇਹ ਨਿਤ ਕਰਮ ਹੈ ਜਿਹੜਾ ਹਰ ਰੋਜ਼ ਕਰਨਾ ਹੈ। ਬੰਦਗੀ ਕਰਨੀ, ਸਿਮਰਨ ਭਜਨ ਕਰਨਾ, ਸਤ ਸੰਗਤ ਕਰਨੀ, ਬਾਣੀ ਪੜ੍ਹਨੀ, ਸੇਵਾ ਕਰਨੀ, ਇਹ ਗੁਰਸਿੱਖ ਦਾ ਨਿਤ ਦਾ ਕਰਮ ਹੈ। ਤੇ ਸਾਧ ਸੰਗਤ ਜੀ, ਨਿਮਿਤ ਕਰਮ ਦੂਸਰੇ ਪ੍ਰਕਾਰ ਦਾ ਹੁੰਦਾ ਹੈ। ਜਿਵੇਂ ਕਿਸੇ ਗੁਰਪੁਰਬ ਨੂੰ, ਮੱਸਿਆ ਸੰਗਰਾਂਦ ਨੂੰ, ਕਿਸੇ ਵਿਸ਼ੇਸ਼ ਦਿਨ ਨੂੰ ਲੈ ਕਰਕੇ ਕੋਈ ਕਾਰਜ ਕੀਤਾ ਜਾਵੇ। ਜਿਵੇਂ ਕੱਲ ਦੇ ਦੀਵਾਨ, ਪਰਸੋਂ ਦੇ ਦੀਵਾਨ ਵਿੱਚ ਸੰਗਤਾਂ ਦੀਆਂ ਹਾਜ਼ਰੀਆਂ ਘੱਟ, ਤਾਂ ਅੱਜ ਸੰਗਤਾਂ ਵਿਸ਼ੇਸ਼ ਕਰਕੇ ਹਾਜ਼ਰੀਆਂ ਭਰ ਰਹੀਆਂ ਨਾ ਜੀ। ਸੰਗਰਾਂਦ ਦਾ ਦਿਹਾੜਾ ਹੈ, ਵਿਸ਼ੇਸ਼ ਕਰਕੇ ਸੰਗਤ ਕਰਨੀ, ਪੁੰਨ ਕਰਨਾ, ਦਾਨ ਕਰਨਾ, ਸੇਵਾ ਆ ਕਰਕੇ ਕਰਨੀ। ਇਸੇ ਪ੍ਰਕਾਰ ਗੁਰੂ ਘਰ ਦੇ ਅੰਦਰ ਸਹਿਜ ਪਾਠ, ਸ੍ਰੀ ਅਖੰਡ ਪਾਠ ਸਾਹਿਬ ਕਰਾਏ ਜਾਂਦੇ ਨੇ। ਇਹ ਨਿਮਿਤ ਕਰਮ ਨੇ। ਜੋ ਕਿਸੇ ਦੀ ਕੋਈ ਭਾਵਨਾ ਪੂਰੀ ਹੋ ਗਈ, ਕਿਸੇ ਦੇ ਨਿਮਿਤ ਕੋਈ ਪੁਰਾਣੀ ਚੜ੍ਹਾਈ ਕਰ ਗਿਆ, ਉਸ ਦਾ ਅਖੰਡ ਪਾਠ ਸਾਹਿਬ। ਇਸੇ ਪ੍ਰਕਾਰ ਜੋ ਕਿਸੇ ਵਿਸ਼ੇਸ਼ ਕਾਰਜ ਨੂੰ ਲੈ ਕਰਕੇ ਕੀਤਾ ਜਾਵੇ, ਜਿਵੇਂ ਗੁਰਪੁਰਬ, ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਉਂਦੇ ਨੇ ਨਾ, ਕੁਰਬਾਨੀ ਤਿੰਨਾ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਇਹ ਦੂਸਰੇ ਕਰਮ ਨੇ, ਨਿਮਿਤ ਕਰਮ। ਤੇ ਤੀਸਰੇ ਨੇ ਸਕਾਮ ਕਰਮ, ਕਾਮਨਾ ਦੇ ਸਹਿਤ ਕੀਤੇ ਹੋਏ ਕਰਮ। ਗੁਰੂ ਕੇ ਦਰ ਤੋਂ ਆ ਕਰਕੇ ਪੁੱਤਰ ਦੀ ਦਾਤ ਮੰਗ ਲਈ, ਇਸੇ ਪ੍ਰਕਾਰ ਜੀਵਨ ਸਾਥੀ ਸੋਹਣੇ ਸੰਜੋਗਾਂ ਦੀ ਦਾਤ ਮੰਗ ਲਈ, ਤਰੱਕੀਆਂ ਦੀ, ਕਾਰੋਬਾਰਾਂ ਦੀ ਦਾਤ ਮੰਗ ਲਈ। ਜਦੋਂ ਦਾਤ ਮਿਲ ਗਈ ਤੇ ਫਿਰ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਨਾ। ਉਹ ਸ਼ੁਕਰਾਨਾ ਸਤਿਗੁਰੂ ਜੀ ਦੇ ਦਰ ਤੇ ਕੋਈ ਹਾਜ਼ਰੀਆਂ ਭਰ ਕੇ ਕਰਦਾ ਹੈ, ਕੋਈ ਸਿਹਰੇ ਹਾਰ ਅਰਪਣ ਕਰਕੇ ਕਰਦਾ ਹੈ, ਕੋਈ ਰੁਮਾਲਾ ਸਾਹਿਬ ਭੇਟ ਕਰਦਾ, ਕੋਈ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਕੇ ਕਰਦਾ ਹੈ ਸ਼ੁਕਰਾਨਾ। ਇਸ ਪ੍ਰਕਾਰ ਇਹ ਕਾਮਨਾ ਦੇ ਸਹਿਤ ਕੀਤੇ ਹੋਏ ਕਰਮ ਨੇ। ਕਾਮਨਾ ਧਾਰਨ ਕੀਤੀ, ਦਾਤ ਮਿਲ ਗਈ ਤੇ ਫਿਰ ਕਰਮ ਕਰਨਾ। ਤੇ ਸਾਧ ਸੰਗਤ ਜੀ, ਚੌਥਾ ਉੱਤਮ ਕਰਮ ਹੈ ਨਿਸ਼ਕਾਮ ਕਰਮ। ਕਰਮ ਕਰਨਾ ਪਰ ਫਲ ਦੀ ਇੱਛਾ ਨਾ ਰੱਖਣੀ।
ਕਾਮਨਾਵਾਂ ਤੋਂ ਰਹਿਤ ਹੋ ਕਰਕੇ ਜਿਹੜਾ ਕਰਮ ਕਰਨਾ ਹੈ ਇਹ ਪ੍ਰਮਾਤਮਾ ਜੀ ਦੇ ਨਾਲ ਮਿਲਾਵਣ ਹਾਰਾ ਹੈ। ਸੇਵਾ ਕਰਤ ਹੋਏ ਨਿਹਕਾਮੀ ਤਿਸ ਕਉ ਹੋਤ ਪ੍ਰਾਪਤ ਸੁਆਮੀ। ਨਿਸ਼ਕਾਮ ਭਾਵਨਾ ਦੇ ਨਾਲ ਬਾਣੀ ਪੜ੍ਹਨੀ, ਕੀਰਤਨ ਕਰਨਾ, ਸਰਵਣ ਗਾਇਨ ਕਰਨਾ, ਇਸੇ ਪ੍ਰਕਾਰ ਹੱਥੀਂ ਸੇਵਾ ਕਰਨੀ, ਦਸਵੰਧ ਕੱਢਣਾ, ਪਰ ਭਾਵਨਾ ਕੋਈ ਨਾ ਰੱਖਣੀ, ਇਹ ਵਾਹਿਗੁਰੂ ਜੀ ਦੇ ਨਾਲ ਹੀ ਮਿਲਾ ਦਿੰਦਾ ਹੈ। ਪੰਜਵਾਂ ਹੈ ਸਾਧ ਸੰਗਤ ਜੀ ਪ੍ਰਾਸ਼ਚਿਤ ਕਰਮ। ਕੋਈ ਜੀਵ ਦੇ ਪਾਸੋਂ ਪਾਪ ਹੋ ਜਾਵੇ, ਭੁੱਲ ਹੋ ਜਾਵੇ, ਅਵੱਗਿਆ ਹੋ ਜਾਵੇ, ਬੱਜਰ ਕੁਰਹਿਤ ਹੋ ਜਾਵੇ, ਉਸ ਦੇ ਪਰਥਾਏ ਜਿਹੜਾ ਕਰਮ ਕਰਨਾ ਹੈ। ਬੱਜਰ ਕੁਰਹਿਤ ਹੋ ਜਾਵੇ, ਫਿਰ ਪੰਜ ਪਿਆਰੇ ਸਿੰਘ ਸਾਹਿਬਾਨ ਤਨਖਾਹ ਲਾਉਂਦੇ ਨੇ, ਪਾਠ ਕਰਨ ਵਾਸਤੇ ਲਾ ਦੇਣ, ਮਾਇਆ ਦੀ ਸੇਵਾ ਲਾ ਦੇਣ, ਜੋ ਉਹਨਾਂ ਦੀ ਸਿੰਘ ਸਾਹਿਬਾਨ ਜੀ ਦੀ ਗੁਰੂ ਪੰਥ ਦੀ ਆਗਿਆ ਹੈ ਉਸ ਨੂੰ ਪੂਰਾ ਕਰਨਾ, ਇਹ ਪ੍ਰਾਸ਼ਚਿਤ ਕਰਮ ਹੈ। ਭੁੱਲ ਹੋ ਗਈ, ਗਲਤੀ ਹੋ ਗਈ, ਉਸ ਦਾ ਪ੍ਰਾਸ਼ਚਿਤ ਕਰਨਾ। ਗਲਤੀ ਹੋ ਗਈ, ਉਸ ਦੇ ਪਰਥਾਏ ਕੋਈ ਸ਼ੁਭ ਕਰਮ ਕਰਨਾ, ਕੋਈ ਜਪ ਕਰਨਾ, ਕੋਈ ਦਾਨ ਕਰਨਾ, ਇਹ ਪ੍ਰਾਸ਼ਚਿਤ ਕਰਮ ਅਖਵਾਉਂਦਾ ਹੈ। ਇਹ ਪੰਜ ਪ੍ਰਕਾਰ ਦੇ ਵਿਹਿਤ ਕਰਮ ਨੇ। ਤੇ ਸਾਧ ਸੰਗਤ ਜੀ ਦੂਸਰਾ ਹੈ ਅਵਿਹਿਤ ਕਰਮ। ਜਿਸ ਕਰਮ ਨੂੰ ਕਰਨੇ ਦੀ ਗੁਰ ਪਰਮੇਸ਼ਰ ਜੀ ਆਗਿਆ ਨਹੀਂ ਬਖਸ਼ਦੇ, ਸੰਤ ਮਹਾਤਮਾ ਵੇਦ ਸ਼ਾਸਤਰ ਜਿਸ ਦੀ ਆਗਿਆ ਨਹੀਂ ਦਿੰਦੇ, ਬੁਰਾ ਕਰਮ, ਪਾਪ ਕਰਮ, ਤਿਸ ਨੂੰ ਅਵਿਹਿਤ ਕਰਮ ਆਖਿਆ ਜਾਂਦਾ ਹੈ। ਹੁੱਕਾ, ਹਜ਼ਾਮਤ, ਹਲਾਲੋ, ਹਰਾਮ, ਸ਼ਰਾਬ, ਇਹ ਅਵਿਹਿਤ ਕਰਮ ਨੇ, ਬੱਜਰ ਕੁਰੈਤਾਂ ਨੇ, ਗੁਰਸਿੱਖਾਂ ਨੇ ਬਚ ਕੇ ਰਹਿਣਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਵਿਸ਼ਿਆਂ ਤੋਂ ਬਚ ਕਰਕੇ ਰਹਿਣਾ ਹੈ। ਨਿੰਦਿਆ, ਚੁਗਲੀ, ਰਾਗ, ਦਵੈਖ, ਇਹ ਸਾਰੇ ਅਵਿਹਿਤ ਕਰਮ, ਬੁਰੇ ਕਰਮ, ਪਾਪ ਕਰਮ ਨੇ, ਇਹਨਾਂ ਤੋਂ ਬਚ ਕੇ ਰਹਿਣਾ ਹੈ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਕੋਈ ਵਿਹਿਤ ਕਰਮ ਕਰਦਾ ਹੈ, ਕੋਈ ਅਵਿਹਿਤ ਕਰਮ ਕਰਦਾ ਹੈ। ਆਪੋ ਆਪਣੇ ਜਿਹੋ ਜੇ ਕਿਸੇ ਨੇ ਕਰਮ ਕੀਤੇ ਹੁੰਦੇ ਨੇ, ਉਹਨਾਂ ਦੇ ਕੀਤੇ ਹੋਏ ਕਰਮਾਂ ਦੇ ਫਲ ਨੂੰ ਭੋਗਣਾ ਕਰਦਾ ਹੈ। ਤੇ ਜੇ ਆਪਣੇ ਕੀਤੇ ਹੋਏ ਪਾਪ ਕਰਮਾਂ ਦੇ ਅਨੁਸਾਰ ਦੁੱਖ ਮਿਲ ਜਾਵੇ ਤੇ ਦੋਸ਼ ਨਾ ਕਾਹੂ, ਜੋਗ ਕਿਸੇ ਦੂਸਰੇ ਨੂੰ ਦੋਸ਼ ਦੇਣਾ, ਦੂਸਰੇ ਦੇ ਵਿੱਚ ਦੋਸ਼ ਆਰੋਪਣਾ ਕਿ ਤੇਰੇ ਕਰਕੇ ਮੈਨੂੰ ਦੁੱਖ ਮਿਲ ਰਿਹਾ ਜਾਂ ਫਲਾਣੇ ਦੇ ਕਰਕੇ ਦੁੱਖ ਮਿਲਿਆ, ਇਸ ਪ੍ਰਕਾਰ ਕਤਈ ਜੋ ਹੈ ਉਹ ਜੋਗ ਨਹੀਂ। ਕਤਕ ਕਰਮ ਕਮਾਵਣੇ, ਦੂਸਰੇ ਅਰਥ ਵਾਸਤੇ ਸਾਧ ਸੰਗਤ ਜੀ ਪਾਠ ਇਕੱਠਾ ਹੀ ਆ। ਕਤਕ ਦੂਸਰੇ ਅਰਥ ਵਾਸਤੇ ਸੰਧੀ ਛੇਦ ਪਾਠ ਕੀਤਾ ਜਾਂਦਾ। ਕਤਕ ਕਰਮ ਕਮਾਵਣੇ, ਭਾਈ ਕਿਹੜੇ ਕਰਮਾਂ ਨੂੰ ਕਰਨ ਦੇ ਵਿੱਚ ਲੱਗਾ ਹੋਇਆ ਤੂੰ? ਉਹਨਾਂ ਪਾਪ ਕਰਮਾਂ ਨੂੰ ਕਰਨ ਦੇ ਵਿੱਚ ਲੱਗਾ ਹੋਇਆ ਜਿਨ੍ਹਾਂ ਦਾ ਫਲ ਤੈਨੂੰ ਦੁੱਖ ਭੋਗਣਾ ਪੈਂਦਾ ਹੈ। ਤੇ ਜਦੋਂ ਦੁੱਖ ਭੋਗਦਾ ਫਿਰ ਦੂਜਿਆਂ ਨੂੰ ਦੋਸ਼ ਦਿੰਦਾ ਹੈ। ਯਾਦ ਰੱਖ, ਦੁੱਖ ਤੇਰੇ ਆਪਣੇ ਹੀ ਕਰਮਾਂ ਦਾ ਫਲ ਹੈ, ਕਿਸੇ ਦੂਸਰੇ ਨੂੰ ਦੋਸ਼ ਦੇਣਾ ਯੋਗ ਨਹੀਂ ਹੈ ਜੀ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਪਰਮੇਸ਼ਰ ਜੀ ਦੇ ਨਾਮ ਨੂੰ ਭੁੱਲਣ ਦੇ ਨਾਲ, ਸਿਮਰਨ ਨੂੰ ਭੁੱਲਣ ਦੇ ਨਾਲ, ਬਖਸ਼ਿਸ਼ਾਂ ਨੂੰ ਭੁੱਲ ਜਾਣ ਦੇ ਨਾਲ, ਪਰ ਉਪਕਾਰਾਂ ਦੇ ਭੁੱਲ ਜਾਣ ਦੇ ਨਾਲ ਬੇਅੰਤ ਪ੍ਰਕਾਰ ਦੇ ਰੋਗ ਆ ਕਰਕੇ ਚੰਬੜ ਜਾਂਦੇ ਨੇ। ਸਰੀਰ ਨੂੰ ਰੋਗ ਲੱਗਦੇ ਨੇ, ਮਾਨਸਿਕ ਰੋਗ ਲੱਗਦੇ ਨੇ, ਆਦਿ ਵਿਆਧੀ ਉਪਾਧੀ ਦੇ ਰੋਗ ਲੱਗਦੇ ਨੇ। ਇਸੇ ਪ੍ਰਕਾਰ ਰਾਗ ਦਵੈਸ਼ ਦੇ ਰੋਗ ਲੱਗਦੇ ਨੇ, ਹੰਗਤਾ ਮਮਤਾ ਦੇ ਰੋਗ ਲੱਗਦੇ ਨੇ, ਹਉਮੈ ਦਾ ਰੋਗ ਲੱਗਦਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਰੋਗ ਲੱਗਦੇ ਨੇ, ਸ਼ਬਦ ਸਪਰਸ਼ ਰੂਪ ਰਸ ਗੰਧ ਦੇ ਰੋਗ ਲੱਗਦੇ ਨੇ। ਤੇ ਸਭ ਤੋਂ ਵੱਡਾ ਜੰਮਣ ਤੇ ਮਰਨ ਦਾ ਰੋਗ ਲੱਗਦਾ ਹੈ, ਭਾਵ ਦੁੱਖ ਲੱਗਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਕਿਤਨੇ ਕੁ ਰੋਗਾਂ ਨੂੰ, ਕਿਤਨੇ ਕੁ ਦੁੱਖਾਂ ਨੂੰ ਗਿਣਨਾ ਕਰੀਏ, ਜਿੰਨੇ ਵੀ ਰੋਗ ਲੱਗਦੇ ਨੇ ਸਾਰੇ ਪਰਮੇਸ਼ਰ ਜੀ ਦੇ ਨਾਮ ਨੂੰ ਭੁੱਲਣ ਦੇ ਨਾਲ ਲੱਗਦੇ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਦੁੱਖਾਂ ਦਾ ਨਾਸ ਕਿਵੇਂ ਹੁੰਦਾ ਹੈ? ਸਤਿਗੁਰ ਪੂਰੈ ਸੇਵਿਆ ਦੁੱਖਾਂ ਕਾ ਹੋਏ ਨਾਸ। ਨਾਮ ਨੂੰ ਭੁੱਲ ਜਾਈਏ ਤੇ ਰੋਗ ਆ ਕੇ ਚੰਬੜਦੇ ਨੇ, ਤੇ ਨਾਮ ਦਾ ਸਿਮਰਨ ਕਰੀਏ ਤੇ ਸਾਰੇ ਦੁੱਖਾਂ, ਰੋਗਾਂ, ਪਾਪਾਂ, ਕਲੇਸ਼ਾਂ ਦਾ ਨਾਸ਼ ਹੋ ਜਾਂਦਾ। ਸੁਣਿਆ ਦੁਖ ਪਾਪ ਕਾ ਨਾਸ। ਇਸੇ ਹੀ ਪ੍ਰਕਾਰ ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਇਹ ਸੱਚੀ ਬਾਣੀ ਹੈ ਜਿਹੜੀ ਦੁੱਖ ਜਨ ਦਰਦ ਕਲੇਸ਼ ਸਾਰੇ ਮਿਟ ਦਿੰਦੀ ਹੈ। ਤੇ ਜਿਨ੍ਹਾਂ ਨੂੰ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਭੁੱਲ ਜਾਂਦਾ ਨਾ, ਸਾਰੇ ਹੀ ਲੋਕ ਆ ਕਰਕੇ ਲੱਗ ਜਾਂਦੇ ਹਨ ਜੀ। ਵੇਮੁਖ ਹੋਏ RAM ਤੇ ਲਗਨ ਜਨਮ ਵਿਜੋਗ। ਭਾਈ ਜਿਹੜੇ ਰਮੇ ਹੋਏ ਪ੍ਰਮਾਤਮਾ ਜੀ ਤੋਂ ਬੇਮੁਖ ਹੋ ਜਾਂਦੇ ਨੇ ਨਾ, ਗੁਰ ਪਰਮੇਸ਼ਰ ਜੀ ਦੀ ਆਗਿਆ ਨੂੰ ਨਹੀਂ ਮੰਨਦੇ, ਹੁਕਮਾਂ ਨੂੰ ਨਹੀਂ ਕਮਾਉਂਦੇ, ਮਨ ਨੂੰ ਮੁਖੀ ਬਣਾ ਕਰਕੇ ਚੱਲਦੇ ਨੇ ਤੇ ਗੁਰ ਪਰਮੇਸ਼ਰ ਤੋਂ ਬੇਮੁਖਤਾਈ ਨੂੰ ਧਾਰਨ ਕਰ ਲੈਂਦੇ ਨੇ। ਉਹਨਾਂ ਨੂੰ ਲਗਨ ਜਨਮ ਵਿਜੋਗ, ਜਨਮ ਜਨਮਾਂਤਰਾਂ ਦੇ ਵਿਛੋੜੇ ਦਾ ਰੋਗ ਲੱਗ ਜਾਂਦਾ ਹੈ। ਵਾਹਿਗੁਰੂ ਜੀ ਦੇ ਨਾਲੋਂ ਵਿਛੜ ਜਾਂਦੇ ਨੇ। ਵਿਛੜ ਕਰਕੇ 84 ਲੱਖ ਜੂਨੀਆਂ ਦੇ ਵਿੱਚ ਪੈ ਕਰਕੇ ਅਤਿਅੰਤ ਖੁਆਰ ਹੁੰਦੇ ਹਨ ਜੀ।
ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਤੇ ਜਦੋਂ ਪਰਮੇਸ਼ਰ ਜੀ ਤੋਂ ਬੇਮੁਖ ਹੋਣ ਕਰਕੇ ਦੁੱਖ ਪਾਉਂਦਾ ਹੈ ਨਾ, ਫਿਰ ਜਿਨ੍ਹਾਂ ਭੋਗਾ ਪਦਾਰਥਾਂ ਦੇ ਵਿੱਚ ਲੱਗ ਕਰਕੇ ਸੁਖ ਰੂਪ ਜਾਣ ਕਰਕੇ, ਜਿਨ੍ਹਾਂ ਵਿੱਚ ਖਚਤ ਹੋ ਕਰਕੇ ਰੱਬ ਜੀ ਨੂੰ, ਪਰਮਾਤਮਾ ਜੀ ਨੂੰ ਭੁਲਾ ਦਿੱਤਾ ਸੀ ਨਾ, ਫਿਰ ਉਹ ਸਾਰੇ ਭੋਗ ਪਦਾਰਥ ਜਿਹੜੇ ਨੇ ਖਿਨ ਮਾਤਰ ਸਮੇਂ ਦੇ ਅੰਦਰ ਕੌੜੇ ਹੋ ਜਾਂਦੇ ਨੇ, ਦੁੱਖਦਾਈ ਹੋ ਜਾਂਦੇ ਨੇ। ਜਿਨ੍ਹਾਂ ਪਦਾਰਥਾਂ ਦੇ ਵਿੱਚ ਲੱਗ ਕਰਕੇ ਜੀਵ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਵਿਸਾਰ ਦਿੰਦਾ ਹੈ, ਜਿਸ ਵੇਲੇ ਸਰੀਰ ਦੇ ਨਾਲੋਂ ਪ੍ਰਾਣਾਂ ਦਾ ਵਿਜੋਗ ਹੁੰਦਾ, ਵਿਛੋੜਾ ਹੁੰਦਾ ਨਾ, ਤੇ ਸਾਰੇ ਜਿਹੜੇ ਪਦਾਰਥ ਦੁੱਖਦਾਈ ਹੋ ਜਾਂਦੇ ਨੇ, ਕਿਉਂਕਿ ਅੰਤਮ ਸਮੇਂ ਨਾਲ ਕੋਈ ਵੀ ਨਹੀਂ ਨਿਭਦਾ ਹੈ। ਸਾਰੇ ਪਦਾਰਥ ਇੱਥੇ ਹੀ ਰਹਿ ਜਾਂਦੇ ਨੇ। ਸਰੀਰਾਂ ਦੇ ਭੋਗ ਵੀ ਸਜ਼ਾ ਦੇਣ ਵਾਸਤੇ, ਜਿਹੜੇ ਪਾਪ ਕਰਮਾਂ ਵਿੱਚ ਲੱਗ ਕਰਕੇ ਕਮਾਏ ਹੋਏ ਭੋਗ ਨੇ, ਉਹ ਸਜ਼ਾ ਦੇਣ ਵਾਸਤੇ, ਦੁੱਖ ਦੇਣ ਵਾਸਤੇ ਸਾਥੀ ਉਹ ਖੜਦੇ ਨੇ, ਨਾਲ ਉਹ ਚੱਲਦੇ ਨੇ। ਤੇ ਵਾਹਿਗੁਰੂ ਜੀ ਦੇ ਨਾਮ ਨੇ ਸੁਖ ਦੇਣਾ ਸੀ, ਉਹ ਜਪਿਆ ਨਹੀਂ। ਜਿਨ੍ਹਾਂ ਭੋਗ ਪਦਾਰਥਾਂ ਦੇ ਅੰਦਰ ਜੀਵ ਨੇ ਖਚਤ ਕਰ ਦਿੱਤਾ, ਉਹ ਦੁੱਖਦਾਈ ਬਣ ਆਉਂਦੇ ਨੇ। ਹਜ਼ੂਰ ਫਰਮਾਵਣਾ ਕਰਦੇ ਨੇ, ਜਿਵੇਂ ਕੋਈ ਸੈਂਕੜੇ ਸਾਲ ਮਿੱਠੇ ਪਦਾਰਥਾਂ ਨੂੰ ਖਾਂਦਾ ਰਵੇ, ਪਰ ਜਦੋਂ ਖਾਣ ਦੀ ਸਮਾਪਤੀ ਕਰਨੀ ਏ, ਉਸ ਵੇਲੇ ਕੌੜਾ ਪਦਾਰਥ ਮੂੰਹ ਦੇ ਵਿੱਚ ਪਾ ਲਵੇ ਜਾਂ ਪੈ ਜਾਵੇ ਨਾ, ਤੇ ਉਹ 100 ਸਾਲ ਦੀ ਜਿਹੜੀ ਮਿਠਾਸ ਆ, ਫਿਰ ਉਹ ਚਿੱਤ ਵਿੱਚ ਨਹੀਂ ਆਉਂਦੀ। ਫਿਰ ਜਿਹੜਾ ਮੂੰਹ ਕੌੜਾ ਹੋ ਗਿਆ, ਫਿਰ ਕੌੜਤਾ ਨਹੀਂ ਮੂੰਹ ਵਿੱਚ ਰਹਿ ਜਾਂਦੀ ਹੈ। 100 ਸਾਲ ਦਾ ਮਿੱਠਾ ਯਾਦ ਨਹੀਂ ਰਹਿੰਦਾ। ਜੇ 100 ਵਰਿਆ ਮਿੱਠਾ ਖਾਜੈ, ਭੀ ਫਿਰ ਕੌੜਾ ਖਾਏ, ਮਿੱਠਾ ਖਾਧਾ ਚਿਤ ਨ ਆਵੈ, ਕੌੜਤਨ ਧਾਏ ਜਾਏ। ਸਾਰੀ ਜ਼ਿੰਦਗੀ ਕੋਈ ਭੋਗਾਂ ਨੂੰ ਭੋਗਦਾ ਰਹੇ, ਪਿਆਰੇ ਕਰਕੇ ਮੋਹ ਵਿੱਚ ਫਸਿਆ ਰਵੇ, ਪਰ ਜਿਸ ਵੇਲੇ ਇਹਨਾਂ ਦੇ ਨਾਲੋਂ ਵਿਜੋਗ ਰੂਪੀ ਕੌੜਤਨ ਮੂੰਹ ਦੇ ਵਿੱਚ ਪੈਂਦੀ ਹੈ ਨਾ, ਵਿਛੋੜਾ ਹੁੰਦਾ ਹੈ, ਫਿਰ ਸੈਂਕੜੇ ਸਾਲਾਂ ਦਾ ਮਿਲਾਪ ਮਿੱਠੇ ਕਰਕੇ ਖਾਧੇ ਹੋਏ ਪਦਾਰਥ ਤੇ ਭੋਗੇ ਹੋਏ ਭੋਗ ਤੇ ਲਾਂਭੇ ਰਹਿ ਜਾਂਦੇ ਨੇ। ਵਿਛੋੜੇ ਦਾ ਦੁੱਖ ਤੇ ਇਸੇ ਪ੍ਰਕਾਰ ਸਜ਼ਾ ਦਾ ਦੁੱਖ ਜਦੋਂ ਸਿਰ ਤੇ ਪੈਂਦਾ ਹੈ, ਤੇ ਇਸ ਵੇਲੇ ਫਿਰ ਬਹੁਤਾ ਆਤੁਰ ਹੁੰਦਾ, ਬਹੁਤਾ ਦੁਖੀ ਹੁੰਦਾ ਹੈ। ਵਾਹਿਗੁਰੂ ਜੀ ਨੂੰ ਵਿਸਰਨ ਦੇ ਕਰਕੇ ਐਸੇ ਰੋਗਾਂ ਨੂੰ ਪ੍ਰਾਪਤ ਕਰਕੇ ਦੁੱਖਾਂ ਨੂੰ ਭੋਗਦਾ ਹੈ। ਵਿੱਚ ਨ ਕੋਈ ਕਰ ਸਕੈ, ਕਿਸ ਥੈ ਰੋਵਹਿ ਰੋਜ। ਤੇ ਨਾਲ ਜਾਣਾ ਸੀ ਪਰਮਾਤਮਾ ਜੀ ਦੇ ਜਪੇ ਹੋਏ ਨਾਮ ਨੇ, ਤੇ ਵਕੀਲ ਬਣਨਾ ਸੀ, ਗਵਾਹ ਬਣਨਾ ਸੀ ਪੂਰੇ ਸਤਿਗੁਰੂ ਜੀ ਨੇ। ਵਿਚੋਲਾ ਬਣ ਕੇ ਛਡਾਉਣਾ ਸੀ ਦਰਗਾਹ ਦੇ ਵਿੱਚੋਂ ਗੁਰ ਪਰਮੇਸ਼ਰ ਜੀ ਨੇ। ਇਹ ਤੇ ਸਾਡਾ ਸਿੱਖ ਹੈ, ਇਹ ਤੇ ਨਾਮ ਦਾ ਰਸੀਆ ਹੈ, ਪਰ ਗੁਰੂ ਜੀ ਤੋਂ ਤੇ ਬੇਮੁਖ ਹੋ ਰਿਹਾ। ਬਿਨਾਂ ਗੁਰੂ ਜੀ ਤੋਂ ਭੋਗੇ ਹੋਏ ਜਿਹੜੇ ਪਦਾਰਥ ਸਨ, ਭੋਗ ਸਨ, ਉਹ ਤੇ ਸੰਬੰਧੀਆਂ ਦਾ ਮੋਹ ਕੋਈ ਵੀ ਸਹਾਇਕ ਨਾ ਬਣਿਆ, ਕੋਈ ਨਾਲ ਨਹੀਂ ਗਿਆ। ਹੁਣ ਵਿੱਚ ਨਾ ਕੋਈ ਕਰ ਸਕੈ, ਦਰਗਾਹ ਦੇ ਵਿੱਚ ਸਤਿਗੁਰੂ ਜੀ ਤੋਂ ਬਿਨਾਂ ਵਕੀਲੀ ਕੋਈ ਨਹੀਂ ਕਰ ਸਕਦਾ, ਵਿਚੋਲਗੀ ਕੋਈ ਨਹੀਂ ਕਰ ਸਕਦਾ। ਦੁੱਖਾਂ ਤੋਂ, ਨਰਕਾਂ ਤੋਂ, ਜਮਾਂ ਤੋਂ, ਧਰਮ ਰਾਜੇ ਤੋਂ, ਸਜ਼ਾਵਾਂ ਤੋਂ, 84 ਲੱਖ ਦੇ ਗੇੜਿਆਂ ਤੋਂ ਬਚਾ ਕੋਈ ਨਹੀਂ ਸਕਦਾ। ਕਿਸ ਥੈ ਰੋਵਹਿ ਰੋਜ਼। ਫਿਰ ਇਹ ਜਿਹੜਾ ਜੀਵ ਹੈ ਨਿਤਾ ਪ੍ਰਤੀ ਦੁੱਖਾਂ ਨੂੰ ਭੋਗਦਾ, ਕਿਹਦੇ ਅੱਗੇ ਆਪਣੇ ਰੋਣੇ ਨੂੰ ਰੋਣਾ ਕਰੇ, ਆਪਣੇ ਦੁੱਖੜਾ ਨੂੰ ਰੋਣਾ ਕਰੇ। ਕਿਸ ਪਹਿ ਖੋਲਾਓ ਗੰਠੜੀ, ਦੁਖੀ ਪਰ ਆਇਆ। ਹੁਣ ਦੁੱਖਾਂ ਦੀ ਗੰਢ, ਦੁੱਖਾਂ ਦੀ ਪੰਡ ਕਿਹਦੇ ਕੋਲ ਖੋਲਣਾ ਕਰੇ। ਨਿਤਾ ਪ੍ਰਤੀ ਦੁੱਖਾਂ ਨੂੰ ਭੋਗਦਾ ਹੋਇਆ ਫਿਰ ਬਹੁਤਾ ਰੋਂਦਾ ਹੈ ਨਿਤਾ ਪ੍ਰਤੀ। ਕੀਤਾ ਕਿਛੂ ਨਾ ਹੋਵਈ, ਲਿਖਿਆ ਧੁਰ ਸੰਜੋਗ। ਤੇ ਜਿਸ ਵੇਲੇ ਫਿਰ ਕਰਮਾਂ ਨੂੰ ਰੋਂਦਾ ਹੈ, ਮੇਰੇ ਦੁੱਖ ਕੱਟੇ ਜਾਣ, ਉਸ ਵੇਲੇ ਫਿਰ ਕੀਤਾ ਹੋਇਆ ਇਸ ਦਾ ਰੋਣ ਰੂਪੀ ਕਰਮ ਕੁਝ ਵੀ ਇਸ ਦਾ ਸਵਾਰ ਨਹੀਂ ਸਕਦਾ। ਜਿਹੜੇ ਪਾਪ ਕਰਮ ਕੀਤੇ ਸਨ ਧੁਰ ਦਰਗਾਹ ਤੋਂ, ਉਹਨਾਂ ਦਾ ਫਲ ਦੁੱਖ ਭੋਗਣਾ ਹੀ ਮਸਤਕ ਤੇ ਲਿਖਿਆ ਗਿਆ। ਪਾਪ ਕਰਮ ਕੀਤੇ ਨੇ, ਹੁਣ ਦੁੱਖ ਹੀ ਭੋਗੇਗਾ। ਇਸ ਕਰਕੇ ਇਹਦਾ ਰੋਣਾ ਤੇ ਹੋਰ ਪ੍ਰਕਾਰ ਦੇ ਉਲਾਂਭੇ ਦੇਣੇ ਕਿਸੇ ਪ੍ਰਕਾਰ ਬਣ ਨਹੀਂ ਆਉਂਦੇ ਹਨ। ਹੋਰ ਯਤਨ ਕਰਨੇ ਵੀ ਕਿਸੇ ਪ੍ਰਕਾਰ ਫਿਰ ਬਣ ਨਹੀਂ ਆਉਂਦੇ। ਜੋ ਧੁਰ ਦਰਗਾਹੋਂ ਮਾੜੇ ਕਰਮਾਂ ਦੇ ਫਲਾਂ ਨੂੰ ਦੁੱਖ ਰੂਪ ਭੋਗਣਾ ਲਿਖਿਆ ਗਿਆ, ਉਹ ਭੋਗਣੇ ਹੀ ਪੈਂਦੇ ਹਨ ਜੀ। ਵਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰਹਿ ਸਭ ਵਿਯੋਗ। ਇਥੋਂ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜੀਵ ਦੇ ਕਮਾਏ ਹੋਏ ਕਰਮਾਂ ਨੂੰ ਕਥਨ ਕਰਨਾ ਕੀਤਾ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰਨੀ ਨੂੰ ਕਥਨ ਕਰਦੇ ਨੇ, ਕਿਉਂਕਿ ਗੁਰੂ ਘਰ ਦੇ ਅੰਦਰ ਕਹਿਣੀ ਪ੍ਰਧਾਨ ਨਹੀਂ, ਕਰਨੀ ਪ੍ਰਧਾਨ ਹੈ ਤੇ ਫਲਦਾਤੀ ਹੈ। ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕੀਤਾ ਕੁਛ ਨਾ ਹੋਵਈ। ਜੇ ਜੀਵ ਦਾ ਕੀਤਾ ਕੁਛ ਹੋਣਾ ਹੀ ਨਹੀਂ, ਜੀਵ ਦੇ ਯਤਨ ਦੇ ਨਾਲ ਕੁਛ ਹੋਣਾ ਹੀ ਨਹੀਂ, ਫਿਰ ਤੇ ਸਾਰੇ ਨਰਕਾਂ ਨੂੰ ਚਲੇ ਜਾਣਗੇ। ਗਰੀਬ ਨਿਵਾਜ ਕੀ ਫਿਰ ਜੀਵਾਂ ਦਾ ਕਿਸੇ ਪ੍ਰਕਾਰ ਭਲਾ ਨਹੀਂ ਹੋ ਸਕਦਾ ਹੈ। ਤੇ ਸਾਹਿਬ ਜੀ ਫਰਮਾਉਂਦੇ ਨੇ, ਸਿੱਖੋ, ਜ਼ਰੂਰ ਬਰ ਜ਼ਰੂਰ ਹੋ ਸਕਦਾ ਹੈ। ਮਹਾਰਾਜ ਕਿਵੇਂ ਭਲਾ ਹੋ ਜਾਵੇ?
ਤੇ ਸਤਿਗੁਰੂ ਜੀ ਬਖਸ਼ਿਸ਼ ਭਰਿਆ ਬਚਨ ਫਰਮਾਉਂਦੇ ਨੇ, ਵੱਡ ਭਾਗੀ ਮੇਰਾ ਪ੍ਰਭ ਮਿਲੈ। ਜਿਨ੍ਹਾਂ ਵੱਡਿਆਂ ਭਾਗਾਂ ਵਾਲਿਆਂ ਨੂੰ ਮੇਰੇ ਪ੍ਰਭੂ ਪਰਮਾਤਮਾ ਜੀ ਮਿਲੇ ਨੇ, ਸਤਿਗੁਰੂ ਜੀ ਦੇ ਬਖਸ਼ੇ ਹੋਏ ਨਾਮ ਦੇ ਸਦਕਾ, ਸਤਿਗੁਰੂ ਜੀ ਦੀ ਨਦਰ ਦੇ ਸਦਕਾ ਪ੍ਰਭੂ ਪਰਮਾਤਮਾ ਜੀ ਜਿਨ੍ਹਾਂ ਨੂੰ ਮਿਲੇ ਨੇ, ਤਾਂ ਉਤਰ ਰਹੇ ਸਭ ਵਿਯੋਗ। ਉਹਨਾਂ ਦਾ ਪਰਮਾਤਮਾ ਜੀ ਦੇ ਨਾਲ ਵਿਛੋੜੇ ਦਾ ਸਾਰਾ ਜਿਹੜਾ ਦੁੱਖ ਹੈ ਉਹ ਉਤਰ ਜਾਂਦਾ ਹੈ। ਪਰਮਾਤਮਾ ਜੀ ਦੇ ਨਾਲ ਮਿਲਾਪ ਤਿੰਨਾਂ ਦਾ ਹੁੰਦਾ ਹੈ। ਵੱਡ ਭਾਗੀ ਮੇਰਾ ਪ੍ਰਭ ਮਿਲੈ। ਜਿਨ੍ਹਾਂ ਵੱਡਿਆਂ ਭਾਗਾਂ ਵਾਲਿਆਂ ਨੂੰ ਮੇਰੇ ਪ੍ਰਭੂ ਪਰਮਾਤਮਾ ਜੀ ਦੇ ਸਰਗੁਣ ਸਰੂਪ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਗੁਰੂ ਰੂਪ ਦੇ ਅੰਦਰ ਮਿਲੇ ਨੇ। 10 ਗੁਰੂ ਸਾਹਿਬਾਨ ਜੀ ਅੱਜ ਦੇ ਸਮੇਂ ਮੁਤਾਬਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਸਵਰੂਪ ਦੇ ਅੰਦਰ ਮਿਲੇ ਨੇ ਨਾ, ਤਿੰਨਾਂ ਦਾ ਵਾਹਿਗੁਰੂ ਜੀ ਦੇ ਨਾਲ ਵਿਛੋੜੇ ਦਾ ਵੀ ਸਾਰਾ ਦੁੱਖ ਉਤਰ ਗਿਆ ਹੈ। ਵਾਹਿਗੁਰੂ ਜੀ ਦੇ ਮਿਲਾਪ ਕਰਕੇ ਉਤਰੇ ਸਭ ਵਿਯੋਗ। ਸੋ ਉਹਨਾਂ ਦੇ ਹਿਰਦੇ ਦੇ ਅੰਦਰ ਕਿਸੇ ਪ੍ਰਕਾਰ ਦੀ ਦੁੱਖ ਦੀ ਭਾਵਨਾ ਨਹੀਂ ਰਹੀ। ਸਾਰਾ ਉਹਨਾਂ ਦਾ ਜਿਹੜਾ ਦੁੱਖ ਸੀ ਉਹ ਅਭਾਵ ਹੋ ਗਿਆ ਹੈ, ਮਿਟ ਗਿਆ ਹੈ। ਨਾਨਕ ਕਉ ਪ੍ਰਭ ਰਾਖ ਲੇਹ ਮੇਰੇ ਸਾਹਿਬ ਬੰਦੀ ਮੋਚ। ਇਹ ਗਰੀਬ ਨਿਵਾਜ ਸਾਹਿਬ ਜੀ, ਫਿਰ ਪੂਰੇ ਸਤਿਗੁਰਾਂ ਦੀ ਬਖਸ਼ਿਸ਼ ਪ੍ਰਾਪਤ ਕਰਨ ਵਾਸਤੇ ਤੇ ਪ੍ਰਭੂ ਜੀ ਦੇ ਨਾਲ ਮਿਲਾਪ ਕਰਨ ਵਾਸਤੇ ਕਿਹੜਾ ਕਰਮ ਕਰਨਾ ਸਾਡੇ ਵਾਸਤੇ ਯੋਗ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਸਿੱਖੋ ਸਤ ਸੰਗਤ ਦੇ ਵਿੱਚ ਆ ਕਰਕੇ ਗੁਰ ਪਰਮੇਸ਼ਰ ਜੀ ਦੇ ਚਰਨਾਂ ਦੇ ਵਿੱਚ ਆ ਕਰਕੇ ਸਦਾ ਬੇਨਤੀਆਂ ਕਰਦੇ ਰਹਿਣਾ ਹੈ। ਨਾਨਕ ਕਉ ਪ੍ਰਭ ਰਾਖ ਲੇਹੁ। ਹਜ਼ੂਰ ਫਰਮਾਉਂਦੇ ਨੇ ਬੇਨਤੀਆਂ ਕਰਨੀਆਂ, ਸੱਚੇ ਪਾਤਸ਼ਾਹ ਪ੍ਰਭੂ ਪਰਮਾਤਮਾ ਜੀ ਦੇ ਸਰਗੁਣ ਸਰੂਪ ਗੁਰ ਪਰਮੇਸ਼ਰ ਜੀਓ ਕਿਰਪਾ ਕਰਕੇ ਸਾਨੂੰ ਰੱਖ ਲੈਣਾ ਕਰੋ ਜੀ। ਪਾਪਾਂ ਚੋਂ ਰੱਖ ਲਵੋ, ਵਿਕਾਰਾਂ ਚੋਂ ਰੱਖ ਲਵੋ, ਜਗਤ ਜਲੰਦੇ ਚੋਂ ਰੱਖ ਲਵੋ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਬਰੈ ਤੇ ਤੈ ਲੇਹੋ ਉਬਾਰ। ਮਹਾਰਾਜ ਸੱਚੇ ਪਾਤਸ਼ਾਹ ਜੀ ਕਲ ਤਾਤੀ ਠੰਡਾ ਹਰਨ ਆਓ। ਕਲਯੁਗ ਪਾਪਾਂ ਦੀ ਅੱਗ ਦੇ ਅੰਦਰ ਸੜ ਰਿਹਾ ਹੈ, ਬੜੀ ਤਪਸ਼ ਦੇ ਸਹਿਤ ਹੈ। ਹਿਰਦੇ ਨੂੰ, ਤਨ ਨੂੰ, ਮਨ ਨੂੰ ਠੰਡਾ ਠਾਰ ਸੀਤਲ ਕਰਨੇ ਵਾਲਾ ਆਪਣਾ ਨਾਮ ਬਖਸ਼ਿਸ਼ ਕਰਨਾ ਕਰੋ ਜੀ। ਹੇ ਮੇਰੇ ਸਾਹਿਬ ਬੰਦੀ ਮੋਚ ਜੀ, ਬੰਦੀ ਖਾਨੇ ਦੇ ਵਿੱਚੋਂ ਛਡਾਉਣ ਵਾਲੇ ਸਤਿਗੁਰੂ ਜੀ। ਹੇ ਗੁਰ ਪਰਮੇਸ਼ਰ ਗੁਰੂ ਨਾਨਕ ਦੇਵ ਸਾਹਿਬ ਜੀ, ਜਿਵੇਂ ਆਪ ਜੀ ਨੇ ਏਮਨਾਬਾਦ ਦੇ ਵਿੱਚੋਂ ਬੰਦੀ ਖਾਨੇ ਦੇ ਵਿੱਚ ਪਾਏ ਹੋਏ 30,000 ਕੈਦੀਆਂ ਨੂੰ ਛਡਾਇਆ ਸੀ, ਜਿਵੇਂ 6ਵੇਂ ਜਾਮੇ ਦੇ ਵਿੱਚ ਆਪਣਾ ਪੱਲਾ ਪਕੜਾ ਕਰਕੇ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਛਡਾਇਆ ਸੀ, ਨਾਮਬੰਦੀ ਛੋੜ ਹੋਇਆ। ਹੇ ਕਲਗੀਧਰ ਦਸ਼ਮੇਸ਼ ਪਿਤਾ ਜੀ, ਜਿਵੇਂ ਆਪ ਜੀ ਨੇ ਤਾਰਾ ਆਜ਼ਮ ਨੂੰ ਮਾਰ ਕੇ ਬਹਾਦਰ ਸ਼ਾਹ ਦੀ ਜਿੱਤ ਕਰਵਾ ਕੇ ਤੇ ਬਹਾਦਰ ਸ਼ਾਹ ਨੂੰ ਹੁਕਮ ਦੇ ਕਰਕੇ ਔਰੰਗਜ਼ੇਬ ਦੇ ਕੈਦ ਕੀਤੇ ਹੋਏ ਸਾਰੇ ਹੀ ਕੈਦੀ ਛੁਡਵਾਏ ਸਨ। ਸੱਚੇ ਪਾਤਸ਼ਾਹ ਜਿਵੇਂ ਸੱਚਖੰਡ ਚਲੇ ਜਾਣ ਤੋਂ 30 ਸਾਲਾਂ ਬਾਅਦ ਵੀ ਪੂਨੇ ਸਤਾਰੇ ਦੀ ਜੇਲ੍ਹ ਦੇ ਅੰਦਰ ਪ੍ਰਗਟ ਹੋ ਕਰਕੇ ਰਾਜਾ ਬਾਲਾ ਰਾਓ ਤੇ ਰੁਸਤਮ ਰਾਓ ਨੂੰ ਆਪ ਜੀ ਨੇ ਛਡਾ ਲੈਣਾ ਕੀਤਾ ਸੀ। ਗਰੀਬ ਨਿਵਾਜ ਮੇਰੇ ਸਾਹਿਬ ਬੰਦੀ ਮੋਚ ਜੀ, ਜਿਵੇਂ ਆਪ ਜੀ ਨੇ ਮਾਤਾ ਦੀ ਗਰਭ ਅਗਨੀ ਦੇ ਵਿੱਚੋਂ ਹੱਥ ਦੇ ਕੇ ਰੱਖਿਆ ਤੇ ਗਰੀਬ ਨਿਵਾਜ ਉਸ ਗਰਭ ਰੂਪੀ ਬੰਦੀ ਖਾਨੇ ਚੋਂ ਛੁਡਾ ਲੈਣਾ ਕੀਤਾ ਹੈ। ਹੁਣ ਸੰਸਾਰ ਰੂਪੀ ਬੰਦੀ ਖਾਨੇ ਦੇ ਵਿੱਚੋਂ 84 ਲੱਖ ਜੂਨੀਆਂ ਦੇ ਬੰਦੀ ਖਾਨੇ ਦੇ ਵਿੱਚੋਂ ਮੇਰੇ ਗਰੀਬ ਨਿਵਾਜ, ਹੇ ਬੰਦੀ ਮੋਚ, ਬੰਦੀ ਖਾਨੇ ਚੋਂ ਛਡਾਉਣ ਵਾਲੇ ਸਤਿਗੁਰੂ ਜੀ ਕਿਰਪਾ ਕਰਕੇ ਛਡਾ ਦੇਵੋ, ਸਾਡਾ ਜੰਮਣ ਮਰਨ ਕੱਟ ਦੇਵੋ ਜੀ। ਕਤਿਕ ਹੋਵੇ ਸਾਧ ਸੰਗ ਬਿਨਸਹਿ ਸਭੇ ਸੋਚ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਨੇ, ਭਾਈ ਕੱਤਕ ਦੇ ਮਹੀਨੇ ਵਿੱਚ ਜਿਸ ਨੂੰ ਸਾਧੂ ਦੀ ਸੰਗਤ ਪ੍ਰਾਪਤ ਹੁੰਦੀ ਹੈ, ਜਿਸ ਨੂੰ ਸਤ ਸੰਗਤ ਪ੍ਰਾਪਤ ਹੁੰਦੀ ਹੈ, ਜਿਹੜੇ ਗੁਰੂ ਗੋਦ ਦੇ ਅੰਦਰ ਸੱਜ ਕਰਕੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ ਬਿਨ ਸਹੇ ਸਭੇ ਸੋਚ, ਉਹਨਾਂ ਦੀਆਂ ਸਾਰੀਆਂ ਬੁਰੀਆਂ ਜਿਹੜੀਆਂ ਸੋਚਾਂ ਨੇ ਉਹ ਬਿਨ ਸਹੇ ਅਭਾਵ ਹੋ ਜਾਂਦੀਆਂ ਨੇ, ਮਿਟ ਜਾਂਦੀਆਂ ਨੇ। ਪਾਪ ਦੀ ਚਿਤਵਨੀ ਉਹਨਾਂ ਦੀ ਮਿਟ ਜਾਂਦੀ ਏ, ਨੀਵੀਂ ਸੁਰਤ ਉਹਨਾਂ ਦੀ ਮਿਟ ਜਾਂਦੀ ਏ, ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਨਾਮ ਨੂੰ ਜਪ ਕਰਕੇ, ਨਾਮ ਦਾ ਸਿਮਰਨ ਕਰਕੇ। ਇਸ ਪ੍ਰਕਾਰ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੱਤਕ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ਿਸ਼ ਕਰਨਾ ਕਰਦੇ ਨੇ। ਕੱਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ। ਹੇ ਭਾਈ ਦੱਦਾ ਦੋਸ ਨਾ ਦੇਉ ਕਿਸੈ ਦੋਸ ਕਰਮਾ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੈ ਅਵਰ ਜਨਾ। ਆਪਣੇ ਮਨ ਦੀ ਸੁਰਤ ਨੂੰ ਇੱਥੇ ਟਿਕਾ ਕੇ ਰੱਖ। ਜੇ ਦੁੱਖ ਆਇਆ ਹੈ ਤੇ ਕੋਈ ਪੂਰਬਲੇ ਕਰਮਾਂ ਦਾ ਮਾੜਾ ਕਰਮ ਹੋਵੇਗਾ ਜਿਹੜਾ ਫਲ ਦੇਣ ਵਾਸਤੇ ਅੱਗੇ ਆ ਗਿਆ ਹੈ।
ਤੇ ਤਾਂ ਵੀ ਗੁਰ ਪਰਮਾਤਮਾ ਜੀ ਦਾ, ਗੁਰ ਪਰਮੇਸ਼ਰ ਜੀ ਦਾ ਸ਼ੁਕਰਾਨਾ ਹੀ ਕਰ। ਮਹਾਰਾਜ ਸੱਚੇ ਪਾਤਸ਼ਾਹ ਜੀ ਕੀਤੇ ਹੋਏ ਪਾਪ ਕਰਮਾਂ ਨੂੰ ਸੂਲੀ ਤੋਂ ਸੂਲ ਬਣਾ ਕਰਕੇ ਇੱਥੇ ਭੁਗਾ ਕਰਕੇ ਤੇਰਾ ਖਾਤਾ ਸਾਫ਼ ਕਰ ਰਹੇ ਨੇ। ਅੱਗੇ ਜਾ ਕੇ ਦੁੱਖ ਨਾ ਭੋਗਣਾ ਪਵੇ, ਹੋਰ ਜੂਨਾਂ 'ਚ ਜਾ ਕੇ ਦੁੱਖ ਨਾ ਭੋਗਣਾ ਪਵੇ। ਸਾਰੇ ਪਾਪ ਕਰਮਾਂ ਨੂੰ ਹੁਣੇ ਖਤਮ ਕਰ ਰਹੇ ਨੇ। ਤੇ ਜੇ ਸੁੱਖ ਆ ਜਾਵੇ ਤੇ ਗੁਰ ਪਰਮੇਸ਼ਰ ਜੀ ਦਾ ਸਦਾ ਸ਼ੁਕਰਾਨਾ ਕਰਨਾ। ਸੱਚੇ ਪਾਤਸ਼ਾਹ ਸੁੱਖਾਂ ਦੇ ਯੋਗ ਤੇ ਨਹੀਂ ਸੀ, ਹੈ ਤਾਂ ਅਸੀਂ ਅਤਿਅੰਤ ਬੁਰੇ ਹਾਂ, ਪਰ ਆਪ ਜੀ ਦਾਤੇ ਹੋ ਨਾ, ਸੁੱਖਾਂ ਦੇ ਦਾਤੇ ਹੋ, ਕਿਰਪਾਲਤਾ ਕਰਕੇ ਸੁੱਖ ਬਖਸ਼ਿਸ਼ ਕਰ ਰਹੇ ਹੋ। ਮਹਾਰਾਜ ਰੋਮ ਰੋਮ ਕਰਕੇ ਆਪ ਜੀ ਦਾ ਧੰਨਵਾਦ। ਤੇ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਜੇ ਦੁੱਖ ਆ ਗਿਆ ਤਾਂ ਵੀ ਸੋਚਾਂ ਵਿੱਚ ਗਰਕ ਹੋਣ ਦੀ ਲੋੜ ਨਹੀਂ, ਗਲਤਾਨ ਹੋਣ ਦੀ ਲੋੜ ਨਹੀਂ। ਕਤਕ ਹੋਵੇ ਸਾਧ ਸੰਗਤਾਂ ਬਿਨ ਸਹਿ ਸਭੈ ਸੋਚ। ਇਹ ਮਨੁੱਖਾ ਜਨਮ ਵੀ ਕਤਕ ਦੇ ਮਹੀਨੇ ਵਰਗਾ ਹੈ। ਇਸ ਜਨਮ ਦੇ ਅੰਦਰ ਸਾਧੂ ਸੰਗਤ ਨੂੰ ਕਦੇ ਵਿਸਾਰੀ ਨਾ, ਸਦਾ ਸਤ ਸੰਗਤ ਕਰਦਾ ਰਹੇਗਾ। ਬਿਨ ਸਹਿ ਸਭੇ ਸੋਚ, ਸਾਰੀਆਂ ਸੋਚਾਂ ਹੀ ਤੇਰੀਆਂ ਬੁਰੀਆਂ ਚਿਤਵਨੀਆਂ ਮੁੱਕ ਜਾਣਗੀਆਂ। ਦੁੱਖ ਤੋਂ ਡਰਨ ਵਾਲੀ ਸੋਚ ਮੁੱਕ ਜਾਵੇਗੀ। ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਐਸਾ ਲਿਵ ਲੀਨ ਹੋਵੇਗਾ ਜਦੋਂ ਸਾਧ ਸੰਗਤ ਦੁਆਰਾ ਜਪਣਾ ਕਰੇਗਾ, ਸਤਨਾਮ ਸ੍ਰੀ ਵਾਹਿਗੁਰੂ। ਇਹ ਸ਼ਬਦ ਦਾ ਸਾਰ ਅੰਸ਼ ਹੈ, ਕਤਕ ਹੋਵੇ ਸਾਧ ਸੰਗ ਬਿਨ ਸਹਿ ਸਭੇ ਸੋਚ। ਜੇ ਸਾਰੀਆਂ ਚਿੰਤਾਵਾਂ ਤੋਂ ਮੁਕਤੀ ਪਾਉਣਾ ਚਾਹੁੰਦੇ ਆ, ਪਾਪ ਦੀ ਚਿਤਵਨੀ ਤੋਂ ਮੁਕਤੀ ਪਾਉਣਾ ਚਾਹੁੰਦੇ ਆ, ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਸਿੱਖੋ ਸਾਧ ਸੰਗਤ ਤੇ ਸਤ ਸੰਗਤ ਕਦੇ ਨਾ ਵਿਸਾਰਨਾ ਕਰੋ, ਸਦੀਵ ਕਾਲ ਸੁਖ ਪਾਉਣਾ ਕਰੋਗੇ। ਇਸ ਪ੍ਰਕਾਰ ਸਤਿਗੁਰੂ ਜੀ ਨੇ ਸੰਗਰਾਂਦ ਦੇ ਮਹੀਨੇ ਦਾ ਫਲਾਦੇਸ਼ ਬਖਸ਼ਿਆ, ਜੋ ਸੂਖਸ਼ਮ ਸਰੂਪ ਦੇ ਅੰਦਰ ਵਿਚਾਰ ਕੀਤੀ ਗਈ ਹੈ। ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੁਆਰਾ ਵੀ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਹਾਸਲ ਕਰੀਏ ਜੀ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਪੂਰਬੀ ਮਹੱਲਾ ਪੰਜਵਾ। ਗੌੜੀ ਰਾਗ ਹੈ, ਪੂਰਬੀ ਇਸ ਦੀ ਜਾਤੀ ਹੈ। ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਗੁਰਬਾਣੀ ਦੇ ਮੁਜਸਮੇ, ਸਰਬ ਜੀਆਂ ਦੇ ਤਾਰਨਹਾਰ, ਅੰਮ੍ਰਿਤ ਬਾਣੀ ਦੇ ਉਪਦੇਸ਼ ਕਰਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ ਜੀ। ਮੇਰੇ ਮਨ ਗੁਰ 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 ਸਦ ਕਰੀਐ। ਸਿੱਖਾਂ ਨੇ ਬੇਨਤੀ ਕੀਤੀ ਹੈ, ਹੇ ਗਰੀਬ ਨਿਵਾਜ ਸਤਿਗੁਰੂ ਜੀ, ਇਹ ਜਿਹੜਾ ਮਨ ਹੈ ਇਸ ਦੀ ਚਿਤਵਨੀ ਬੜੀ ਨੀਵੀਂ ਹੈ। ਮਹਾਰਾਜ ਇਹ ਅੰਤਰਮੁਖੀ ਕਦੇ ਹੁੰਦਾ ਹੀ ਨਹੀਂ, ਬਾਹਰ ਮੁਖੀ ਹੋ ਕਰਕੇ ਪਦਾਰਥਾਂ ਵੱਲ ਨੂੰ ਤੇ ਪਦਾਰਥਾਂ ਦੇ ਮੋਹ ਵੱਲ ਨੂੰ ਜ਼ਿਆਦਾ ਦੌੜਦਾ ਹੈ। ਸੱਚੇ ਪਾਤਸ਼ਾਹ ਕੋਈ ਐਸੀ ਜੁਗਤ ਦੱਸੋ ਜਿਸ ਜੁਗਤ ਦੇ ਨਾਲ ਇਹ ਜਿਹੜਾ ਸਾਡਾ ਵਿਕਾਰੀ ਮਨ ਹੈ, ਵਿਕਾਰ ਭਾਵਨਾ ਨੂੰ ਛੱਡ ਕਰਕੇ ਤੇ ਨਾਮ ਦੇ ਅੰਦਰ ਜੁੜ ਜਾਣਾ ਕਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨਿਰਮਲ ਜੁਗਤ ਬਖਸ਼ਣਾ ਕਰਦੇ ਨੇ, ਸਿੱਖੋ ਆਪਣੇ ਮਨ ਨੂੰ ਸਦਾ ਹੀ ਐਵੇਂ ਸਿੱਖਿਆ ਦਿੰਦੇ ਰਹੋ, ਮੇਰਿਆ ਮਨਾ ਜਿੰਨਾ ਪਾਪ ਕਰਮਾਂ ਦੇ ਵੱਲ ਦੌੜ ਕਰਕੇ ਜਾਣਾ, ਯਾਦ ਰੱਖ ਅੰਤਮ ਸਮੇਂ ਨੂੰ ਦੁਖਦਾਈ ਹੋਣਗੇ। ਜਿੰਨਾ ਦੇ ਪਦਾਰਥਾਂ ਦੇ ਮੋਹ ਨੂੰ ਆਪਣੇ ਅੰਦਰ ਧਾਰਨ ਕਰਕੇ ਬੈਠਾ, ਯਾਦ ਰੱਖ ਤੇਰੇ ਨਾਲ ਨਹੀਂ ਨਿਭਣੇ, ਤੇ ਜਦੋਂ ਵਿਛੋੜਾ ਪਵੇਗਾ ਫਿਰ ਇਹ ਵੀ ਦੁਖਦਾਈ ਹੋਣਗੇ। ਸੁਖਦਾਈ ਕੇਵਲ ਤਾਂ ਕੇਵਲ ਗੁਰ ਪਰਮਾਤਮਾ ਜੀ ਦਾ ਨਾਮ ਤੇ ਗੁਰ ਪਰਮਾਤਮਾ ਗੁਰ ਪਰਮੇਸ਼ਰ ਜੀ ਦੇ ਨਾਮ ਦਾ ਚਿੰਤਨ ਹੈ। ਇਸ ਕਰਕੇ ਮਨ ਨੂੰ ਸਦਾ ਸ਼ੁਭ ਸਿੱਖਿਆ ਦਿੰਦੇ ਰਹਿਣਾ ਹੈ। ਮੇਰੇ ਮਨ, ਹੇ ਮੇਰਿਆ ਪਿਆਰਿਆ ਮਨਾ, ਜਦੋਂ ਸਤਿਗੁਰੂ ਜੀ ਤੋਂ ਪਰੋਖੇ ਹੋਈਏ, ਜਦੋਂ ਸਤਿਗੁਰੂ ਜੀ ਦੇ ਦੀਦਾਰ ਨਹੀਂ ਹੋ ਰਹੇ, ਹੁਣ ਜਦੋਂ ਸਤਿਗੁਰੂ ਜੀ ਦੀ ਸੰਗਤ ਵਿੱਚ ਬੈਠੇ ਆ, ਚਰਨਾਂ ਵਿਖੇ ਬੈਠੇ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਹੋ ਰਹੇ ਨੇ, ਪਰ ਜਦੋਂ ਘਰ ਪਰਿਵਾਰ ਵਿੱਚ ਚਲੇ ਜਾਵਾਂਗੇ, ਕੰਮ ਕਾਰ ਤੇ ਚਲੇ ਜਾਵਾਂਗੇ, ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰ ਪਰਮੇਸ਼ਰ ਜੀ ਦੇ ਪ੍ਰਤੱਖ ਦਰਸ਼ਨ ਨਹੀਂ ਹੋ ਰਹੇ ਹੋਣਗੇ ਨਾ। ਤੇ ਹਜ਼ੂਰ ਜੀ ਨੇ ਫਿਰ ਜੁਗਤ ਦੱਸੀਏ, ਜਦੋਂ ਸਤਿਗੁਰੂ ਜੀ ਤੋਂ ਪਰੋਖੇ ਹੋਈਏ ਉਸ ਵੇਲੇ ਗੁਰ 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 ਸਦ ਕਰੀਐ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਸ ਨੂੰ ਗੁਰੂ 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 ਕਰਕੇ ਸਦਾ ਜਪਦੇ ਹੀ ਰਹੀਏ। ਵਾਹਿਗੁਰੂ 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 ਸਦਾ ਜਪਦੇ ਹੀ ਰਹੀਏ। ਗੁਰ 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 ਸਦ ਕਰੀਐ। ਮਨ ਦੇ ਨਾਲ ਵੀ ਵਾਹਿਗੁਰੂ ਵਾਹਿਗੁਰੂ, ਬਾਣੀ ਦੇ ਨਾਲ ਵੀ ਵਾਹਿਗੁਰੂ ਵਾਹਿਗੁਰੂ, ਤਾਂ ਸਰੀਰ ਦੇ ਰੋਮ ਰੋਮ ਕਰਕੇ ਵਾਹਿਗੁਰੂ ਵਾਹਿਗੁਰੂ ਸਦ ਕਰੀਐ, ਸਦਾ ਜਪਦੇ ਹੀ ਰਹੀਏ। ਇਸੇ ਹੀ ਪ੍ਰਕਾਰ ਮੇਰੇ ਮਨ ਗੁਰ 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 ਸਦ ਕਰੀਐ। ਹੇ ਮੇਰਿਆ ਭੋਲਿਆ ਮਨਾ, ਕਿਉਂ ਪਾਪ ਵਿਕਾਰਾਂ ਦੇ ਅੰਦਰ ਲੱਗਾ ਹੋਇਆ ਹੈ? ਜੋ ਗੁਰ ਪੂਜਨੀਕ ਸਤਿਗੁਰੂ ਜੀ ਨੇ,
ਗੁਰ ਅਗਿਆਨਤਾ ਦੇ ਹਨੇਰੇ ਨੂੰ ਹਿਰਦੇ ਦੇ ਵਿੱਚੋਂ ਮਿਟਾ ਕਰਕੇ ਸੱਚ ਸਰੂਪ ਦਾ ਬ੍ਰਹਮ ਗਿਆਨ ਦਾ ਹਿਰਦੇ ਦੇ ਅੰਦਰ ਪ੍ਰਕਾਸ਼ ਕਰਨੇ ਵਾਲੇ ਨੇ। ਐਸੇ ਸਤਿਗੁਰੂ ਜੀ ਦੇ ਨਾਮ ਦਾ ਸਦਾ ਹੀ ਚਿੰਤਨ ਕਰਦੇ ਰਹੀਏ, ਕਦੇ ਵੀ ਖਿਨ ਮਾਤਰ ਵਾਹਿਗੁਰੂ ਜੀ ਦਾ ਨਾਮ ਭੁੱਲ ਨਾ ਜਾਵੇ। ਇਸੇ ਹੀ ਪ੍ਰਕਾਰ ਮੇਰੇ ਮਨ ਗੁਰ 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 ਸਦ ਕਰੀਐ। ਹੇ ਮੇਰਿਆ ਮਨਾ, ਗੁਰ ਉੱਠਦਿਆਂ ਵੀ ਵਾਹਿਗੁਰੂ ਵਾਹਿਗੁਰੂ ਜੀ ਦੇ ਨਾਮ ਦਾ ਚਿੰਤਨ ਕਰ, ਗੁਰ ਬੈਠਿਆਂ ਵੀ ਵਾਹਿਗੁਰੂ ਜੀ ਦੇ ਨਾਮ ਦਾ ਚਿੰਤਨ ਕਰ, ਤੇ ਗੁਰ ਸੁੱਤਿਆਂ ਹੋਇਆਂ ਵੀ ਸਤਿਗੁਰੂ ਜੀ ਦੇ ਨਾਮ ਦਾ ਚਿੰਤਨ ਸਦਾ ਕਰਦੇ ਹੀ ਰਹੀਏ। 3 ਵਾਰ ਗੁਰ ਸ਼ਬਦ ਆਇਆ ਤੇ 3 ਹੀ ਅਵਸਥਾ ਨੇ, ਬਾਲ ਜਵਾਨੀ ਅਰ ਬਿਰਧ ਫੁਨ 3 ਅਵਸਥਾ ਜਾਨ। ਬਚਪਨ ਅਵਸਥਾ ਦੇ ਵਿੱਚ ਵੀ ਵਾਹਿਗੁਰੂ ਵਾਹਿਗੁਰੂ ਜਪਦੇ ਰਹੀਏ, ਜਵਾਨੀ ਦੀ ਅਵਸਥਾ ਦੇ ਵਿੱਚ ਵੀ ਗੁਰੂ ਗੁਰੂ ਜਪਦੇ ਰਹੀਏ, ਤੇ ਬੁਢਾਪੇ ਦੀ ਅਵਸਥਾ ਦੇ ਵਿੱਚ ਵੀ ਗੁਰੂ ਗੁਰੂ ਸਦਾ ਜਪਦੇ ਹੀ ਰਹੀਏ। ਜਾਗਤ ਸੁਪਨ ਸੁਖੋਪਤ 3 ਅਵਸਥਾਵਾਂ ਨੇ। ਜਾਗਰਤ ਅਵਸਥਾ ਦੇ ਵਿੱਚ ਵੀ ਗੁਰੂ ਜੀ ਤੋਂ ਪਰੋਖੇ ਹੋਈਏ ਤੇ ਵਾਹਿਗੁਰੂ ਵਾਹਿਗੁਰੂ ਜਪਦੇ ਰਹੀਏ। ਸੁਪਨ ਅਵਸਥਾ ਦੇ ਅੰਦਰ ਵੀ ਵਾਹਿਗੁਰੂ ਵਾਹਿਗੁਰੂ ਜਪਦੇ ਰਹੀਏ, ਤੇ ਸੁਖੋਪਤ ਅਵਸਥਾ ਦੇ ਵਿੱਚ ਵੀ ਵਾਹਿਗੁਰੂ ਵਾਹਿਗੁਰੂ ਜਪਦੇ ਹੀ ਰਹੀਏ। ਜਾਗਤ ਅਵਸਥਾ ਦੇ ਵਿੱਚ ਵਾਹਿਗੁਰੂ ਜੀ ਦਾ ਨਾਮ, ਸੁਪਨ ਅਵਸਥਾ ਵਿੱਚ ਤੇ ਨਿੰਦਰਾ ਦੀ ਅਵਸਥਾ ਕਾਲ ਦੇ ਵਿੱਚ ਵੀ ਕਦੇ ਵਿਸਰ ਨਾ ਜਾਵੇ। ਰਤਨ ਜਨਮ ਸਫਲ ਗੁਰ ਕੀਆ। ਜਿਸ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਰਤਨ ਵਰਗਾ, ਮਾਨਕਾਂ ਵਰਗਾ ਅਮੁੱਲਕ ਮਨੁੱਖਾ ਜਨਮ ਬਖਸ਼ ਕਰਕੇ ਨਾ, ਤੇ ਆਪਣੇ ਚਰਣੀ ਲਾ ਕਰਕੇ ਇਸ ਮਨੁੱਖਾ ਜਨਮ ਨੂੰ ਸਫਲਾ ਕਰ ਦਿੱਤਾ ਹੈ। ਦਰਸ਼ਨ ਕਉ ਬਲ ਹਰਿਐ। ਜਦੋਂ ਤੇ ਸਤਿਗੁਰੂ ਜੀ ਤੋਂ ਪਰੋਖੇ ਐ, ਵਾਹਿਗੁਰੂ ਵਾਹਿਗੁਰੂ ਜਪਦੇ ਰਹੀਏ, ਤੇ ਜਦੋਂ ਸਤਿਗੁਰੂ ਜੀ ਦਾ ਪ੍ਰਤੱਖ ਦੀਦਾਰ ਹੋਵੇ, ਜਿਵੇਂ ਹੁਣ ਸਾਰਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪ੍ਰਤੱਖ ਦੀਦਾਰ ਹੋ ਰਿਹਾ, ਜਦੋਂ ਪ੍ਰਤੱਖ ਹਾਜ਼ਰ ਨਾਜ਼ਰ ਸਤਿਗੁਰੂ ਜੀ ਦੇ ਦਰਸ਼ਨ ਕਰਨਾ ਕਰੀਏ, ਦਰਸ਼ਨ ਕਉ ਬਲ ਹਰਿਐ, ਤੇ ਸਤਿਗੁਰੂ ਜੀ ਦੇ ਦਰਸ਼ਨਾਂ ਤੋਂ ਕੁਰਬਾਨ ਜਾਣਾ ਕਰੀਏ, ਬਲਿਹਾਰ ਜਾਣਾ ਕਰੀਏ। ਉਸ ਵਕਤ ਵੇਲੇ ਤੋਂ ਵੀ ਕੁਰਬਾਨ ਜਾਈਏ ਜਦੋਂ ਸਤਿਗੁਰੂ ਜੀ ਦਾ ਪਾਵਨ ਦੀਦਾਰ ਪ੍ਰਾਪਤ ਹੋ ਜਾਂਦਾ ਹੈ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੇ ਦੁਆਰੇ ਆਇਆ, ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾ ਸਾਹਮਣੇ। ਪ੍ਰਤੱਖ ਸਤਿਗੁਰੂ ਜੀ ਦੇ ਦੀਦਾਰ ਕਰਕੇ ਤਨ ਮਨ ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ, ਨਿਹਾਲ ਹੋ ਜਾਈਦਾ। ਤੇ ਜਿਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਰੂਪ ਧਾਰਨ ਕਰਕੇ 10 ਜਾਮੇ ਧਾਰੇ ਨੇ, ਤੇ 10ਵੇਂ ਜਾਮੇ ਦੇ ਅੰਦਰ ਗਰੀਬ ਨਿਵਾਜ ਸਤਿਗੁਰੂ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ ਕਰਕੇ ਜਿਹੜਾ ਮਨੁੱਖਾ ਜਨਮ ਬੜਾ ਦੁਰਲੱਭ ਹੈ ਤੇ ਸਫਲ ਹੋ ਜਾਣਾ ਹੋਰ ਵੀ ਜ਼ਿਆਦਾ ਦੁਸਤਰ ਹੈ, ਸੱਚੇ ਪਾਤਸ਼ਾਹ ਜੀ ਨੇ ਸੁਖੈਨ ਹੀ ਖੰਡੇ ਦੀ ਪਾਹੁਲ ਬਖਸ਼ ਕਰਕੇ ਸਫਲ ਕਰ ਦੇਣਾ ਕੀਤਾ ਹੈ। ਪੀਵਹ ਪਾਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ। ਭਾਈ ਇਹ ਜਨਮ ਸਫਲਾ ਕਰ ਦੇਣਾ ਕੀਤਾ ਜਿਸ ਸਤਿਗੁਰੂ ਜੀ ਨੇ ਪ੍ਰਤੱਖ ਖੰਡੇ ਦੀ ਪਾਹੁਲ 5 ਪਿਆਰਿਆਂ ਰਾਹੀਂ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਐਸੇ ਸਤਿਗੁਰੂ ਜੀ ਦੇ ਦੀਦਾਰ ਤੋਂ ਕੁਰਬਾਨ ਬਲਿਹਾਰ ਜਾਣਾ ਕਰੀਏ। ਰਹਾਉ ਵਿਸਰਾਮ ਦੇ ਕਰਕੇ ਸਾਹਿਬ ਜੀ ਫਰਮਾਉਂਦੇ ਹਨ ਜੀ, ਜੀਤੇ ਸਾਸ ਗਰਾਸ ਮਨ ਲੇਤਾ। ਐਵੇਂ ਸਮਝਾਉਣਾ ਹੈ, ਹੇ ਮੇਰਿਆ ਮਨਾ, ਜਿੰਨੇ ਸਵਾਸ ਗਰਾਸ ਲੈ ਰਿਹਾ ਹੈ, ਸਵਾਸ ਗਰਾਸ, ਸਵਾਸ ਲੈ ਰਿਹਾ ਤੇ ਸਵਾਸ ਛੱਡ ਰਿਹਾ ਹੈ। ਸਵਾਸ ਗਰਾਸ, ਸਵਾਸ ਤੇ ਸਵਾਸ ਲੈ ਰਹੇ ਆ, ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ, ਤੀਜੇ ਤੋਂ ਬਾਅਦ ਚੌਥਾ, ਸਵਾਸ ਤੇ ਸਵਾਸ ਲੈ ਰਹੇ ਆ। ਤੇ ਸਵਾਸਾਂ ਦੇ ਦਾਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਸਦਾ ਗਾਇਨ ਕਰਦੇ ਰਹੀਏ। ਜੇ ਤੇ ਅਸਾਸ ਭਾਈ ਜਿੰਨੇ ਸਾਹ ਲੈਂਦਾ ਹੈ, ਗਰਾਸ ਜਿਤਨੀਆਂ ਗੁਰਾਹੀਆਂ ਖਾਂਦਾ ਹੈ, ਬੁਰਕੀਆਂ ਮੁਖ ਦੇ ਵਿੱਚ ਪਾਉਂਦਾ ਹੈ। ਬੁਰਕੀ ਮੁਖ ਵਿੱਚ ਪਾਉਂਦਿਆਂ ਜਿਸ ਪਰਮੇਸ਼ਰ ਜੀ ਨੇ ਇਹ ਗਰਾਸ ਦਿੱਤੇ ਨੇ, ਭੋਜਨ ਬਖਸ਼ਿਆ ਹੈ, ਉਸ ਦਾ ਨਾਮ ਵਿਸਰ ਨਾ ਜਾਵੇ। ਜੇਤੇ ਸਾਸ ਗਰਾਸ ਮਨ ਲੇਤੇ, ਤੇ ਹੀ ਗੁਣ ਗਾਈਐ ਮੇਰਿਆ ਮਨਾ। ਜਿੰਨੇ ਸਾਹ ਲੈਂਦਾ ਹੈ, ਜਿੰਨੀਆਂ ਗੁਰਾਹੀਆਂ ਮੁਖ ਵਿੱਚ ਪਾਉਂਦਾ ਹੈ, ਹਰ ਗਰਾਹੀ ਦੇ ਨਾਲ ਤੇ ਹਰ ਸਵਾਸ ਦੇ ਨਾਲ ਵਾਹਿਗੁਰੂ ਜੀ ਦੇ ਗੁਣਾਂ ਨੂੰ ਸਦਾ ਹੀ ਗਾਇਨ ਕਰਦਾ ਰਹੋ। ਜੇਤੇ ਸਾਸ ਗਰਾਸ ਮਨ ਲੇਤਾ, ਤੇ ਹੀ ਗੁਣ ਗਾਈਐ। ਜਿੰਨੇ ਸਵਾਸ ਲੈਂਦਾ ਹੈ, ਸਵਾਸ ਤੇ ਸਵਾਸ ਲੈਂਦਾ ਹੈ, ਗਰਾਹੀਆਂ ਛਕਦਾ ਹੈ, ਭੋਜਨ ਛਕਦਾ ਹੈ, 36 ਪ੍ਰਕਾਰ ਦੇ 6 ਰਸਾਂ ਵਾਲੇ ਭੋਜਨਾਂ ਨੂੰ ਗ੍ਰਹਿਣ ਕਰਦਾ ਹੈ, ਉਹਨਾਂ ਨੂੰ ਗ੍ਰਹਿਣ ਕਰਦਿਆਂ ਛਕਦਿਆਂ ਹੋਇਆਂ ਵਾਹਿਗੁਰੂ ਜੀ ਦੇ ਗੁਣਾਂ ਨੂੰ ਸਦਾ ਹੀ ਗਾਉਣਾ ਕਰ। ਜਾਉ ਹੋਏ ਦਇਆਲ ਸਤਿਗੁਰ ਆਪਣਾ, ਤਾਂ ਇਹ ਮਤ ਬੁੱਧ ਪਾਈਐ। ਸੱਚੇ ਪਾਤਸ਼ਾਹ ਇਹ ਸਵਾਸ ਗਰਾਸ ਜਪਣ ਵਾਲੀ ਸੁਰਤ, ਨਿਰਮਲ ਸੁਰਤ ਕਦੋਂ ਪ੍ਰਾਪਤ ਹੁੰਦੀ ਏ? ਐਸੀ ਅਵਸਥਾ ਕਿਵੇਂ ਸਾਡੀ ਬਣੇਗੀ
ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਜਿਸ ਵੇਲੇ ਦਇਆਲੂ ਸਤਿਗੁਰੂ ਜੀ ਜੀਵ ਦੇ ਉੱਪਰ ਆਪਣੀ ਨਜ਼ਰ ਕਰ ਦਿੰਦੇ ਨੇ ਨਾ, ਤਾਂ ਨਾਮ ਜਪਣ ਵਾਲੀ ਆਤਮ ਵਿਸ਼ੈਣੀ ਦਾਤ, ਬੁੱਧੀ ਦੀ ਦਾਤ ਸਤਿਗੁਰੂ ਜੀ ਦੇ ਪਾਸੋਂ ਜੀਵ ਪਾਉਂਦਾ ਹੈ। ਭਾਵ ਜੀਵ ਆਪਣੀ ਮਰਜ਼ੀ ਬਲ ਦੇ ਨਾਲ, ਤਾਣ ਨਾਲ ਨਹੀਂ ਜਪ ਸਕਦਾ। ਜਿਸ ਵੇਲੇ ਸਤਿਗੁਰੂ ਜੀ ਕਿਰਪਾ ਕਰਕੇ ਆਤਮ ਵਿਸ਼ੈਣੀ ਮਤ ਦੀ ਦਾਤ ਬਖਸ਼ਦੇ ਨੇ, ਹਿਰਦੇ ਦੇ ਅੰਦਰ ਪਿਆਰ ਪ੍ਰਗਟ ਕਰ ਦਿੰਦੇ ਨੇ ਨਾ, ਤਾਂ ਭਾਈ ਨਾਮ ਜਪਿਆ ਜਾਂਦਾ ਹੈ। ਇਸ ਕਰਕੇ ਦਇਆਲੂ ਸਤਿਗੁਰੂ ਜੀ ਦੇ ਚਰਣੀ ਪੈ ਕਰਕੇ ਸਦਾ ਹੀ ਆਤਮ ਵਿਸ਼ੈਣੀ ਮਤ ਦੀ ਦਾਤ ਸਤਿਗੁਰੂ ਜੀ ਤੋਂ ਮੰਗਦੇ ਰਹਿਣਾ ਤੇ ਨਾਮ ਦੀ ਦਾਤ ਸਦਾ ਮੰਗਦੇ ਰਹਿਣਾ। ਸਤਿਗੁਰੂ ਜੀ ਦਇਆਲੂ ਹੋ ਕਰਕੇ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰਨਾ ਕਰੋ। ਮੇਰੇ ਮਨ ਨਾਮ ਲਏ ਜਮ ਬੰਧ ਤੇ ਛੂਟ ਹੈ। ਇਹ ਸੱਚੇ ਪਾਤਸ਼ਾਹ, ਜਦੋਂ ਪੂਰੇ ਸਤਿਗੁਰੂ ਜੀ ਤੋਂ ਨਾਮ ਦੀ ਪ੍ਰਾਪਤੀ ਹੋ ਜਾਵੇ, ਫਿਰ ਨਾਮ ਜਪਣੇ ਦੇ ਨਾਲ ਮਿਲਦਾ ਕੀ ਹੈ? ਤੇ ਸਾਹਿਬ ਜੀ ਫਰਮਾਉਂਦੇ ਨੇ, ਸਿੱਖੋ ਮਨ ਨੂੰ ਸਦਾ ਸਿੱਖਿਆ ਦੇਣੀ ਹੈ, ਮੇਰੇ ਮਨ। ਅਥਵਾ ਸਤਿਗੁਰੂ ਜੀ ਸਮਝਾ ਰਹੇ ਨੇ ਸਿੱਖਾਂ ਨੂੰ, ਮੇਰੇ ਮਨ ਹੈ ਮੇਰੇ ਭਾਈ, ਨਾਮ ਲੈਣ ਦੇ ਨਾਲ, ਨਾਮ ਜਪਣ ਦੇ ਨਾਲ, ਭਜਨ ਕਰਨੇ ਦੇ ਨਾਲ ਜਿਹੜਾ ਜੀਵ ਹੈ ਜਮ ਬੰਧ ਤੇ ਛੂਟ ਹੈ, ਜਮਾਂ ਦੇ ਬੰਧਨਾਂ ਤੋਂ ਛੁੱਟ ਜਾਂਦਾ ਹੈ। ਜਮ ਪਕੜ ਕਰਕੇ ਨਰਕਾਂ ਦੇ ਵਿੱਚ ਨਹੀਂ ਪਾਉਣ ਜੋਗੇ ਰਹਿ ਜਾਂਦੇ। ਸਤਿਗੁਰੂ ਜੀ ਜਮਾਂ ਦੇ ਬੰਧਨ ਕੱਟ ਦਿੰਦੇ ਹਨ। ਸਰਬ ਸੁਖਾਂ ਸੁਖ ਪਾਈਐ। ਇਸੇ ਪ੍ਰਕਾਰ ਜਿਹੜਾ ਸਰਬ ਸੁਖਾਂ ਸਿਰ ਵੱਡਾ ਭਾਰੀ ਸੁਖ ਆਤਮ ਸੁਖ ਹੈ ਨਾ, ਫਿਰ ਜਮਾਂ ਦੇ ਬੰਧਨ ਤੋਂ ਛੁਟਕਾਰਾ ਪਾ ਕਰਕੇ ਵਾਹਿਗੁਰੂ ਜੀ ਦੀ ਅਭੇਦਤਾ ਰੂਪੀ ਆਤਮ ਸੁਖ ਨੂੰ ਪਾਈਦਾ ਹੈ। ਇਹ ਨਾਮ ਦੀ ਬਰਕਤ ਹੈ, ਨਾਮ ਦਾ ਮਹਾਤਮ ਹੈ ਜੀ। ਸੇਵ ਸੁਆਮੀ ਸਤਿਗੁਰ ਦਾਤਾ। ਮਹਾਰਾਜ ਸੱਚੇ ਪਾਤਸ਼ਾਹ ਜੀ, ਜੰਮਾਂ ਦੇ ਬੰਧਨ ਤਾਂ ਮਰਨ ਤੋਂ ਬਾਅਦ ਪੈਂਦੇ ਨੇ। ਫਿਰ ਜੀਵ ਜਦੋਂ ਮਰ ਗਿਆ ਤੇ ਮਰਨ ਤੋਂ ਬਾਅਦ ਹੀ ਜੰਮਾਂ ਤੋਂ ਛੁੱਟਾ, ਤੇ ਮਰਨ ਤੋਂ ਬਾਅਦ ਹੀ ਪ੍ਰਮਾਤਮਾ ਜੀ ਦੇ ਵਿੱਚ ਅਭੇਦਤਾ ਪ੍ਰਾਪਤ ਕੀਤੀ। ਪਰ ਨਾਮ ਜਪਿਆ ਇਸ ਦੁਨੀਆ ਦੇ ਅੰਦਰ ਰਹਿੰਦਿਆਂ ਜਿਉਂਦਿਆਂ ਜੀ, ਜਿਉਂਦਿਆਂ ਜੀ ਨਹੀਂ ਕੁਛ ਪ੍ਰਾਪਤ ਹੁੰਦਾ। ਸਭ ਕੁਛ ਮਰਨ ਕਾਲ ਤੇ ਮਰਨ ਤੋਂ ਬਾਅਦ ਹੀ ਮਿਲਦਾ ਹੈ। ਹਜ਼ੂਰ ਫਰਮਾਉਂਦੇ ਨੇ, ਪਿਆਰਿਓ ਐਸੀ ਕਿਹੜੀ ਦਾਤ ਹੈ ਜਿਹੜੀ ਨਾਮ ਜਪਣ ਵਾਲਿਆਂ ਨੂੰ ਜਿਉਂਦੇ ਜੀ ਨਹੀਂ ਮਿਲਦੀ। ਸੇਵ ਸੁਆਮੀ ਸਤਿਗੁਰ ਦਾਤਾ, ਸਾਰੇ ਪਦਾਰਥਾਂ ਦੇ ਦਾਤਾ ਦੇਵਨਹਾਰ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਸੁਆਮੀ ਵਾਹਿਗੁਰੂ ਜੀ ਦੇ ਨਾਮ ਨੂੰ ਸਦਾ ਹੀ ਸੇਵ, ਸਦਾ ਹੀ ਸੇਵਦਾ ਰਹੋ, ਜਪਦਾ ਰਹੋ। ਮਨ ਬੰਛਤ ਫਲ ਪਾਈਐ। ਤੇ ਇਸ ਲੋਕ ਦੇ ਅੰਦਰ ਰਹਿੰਦਿਆਂ ਹੋਇਆਂ ਵੀ ਫਿਰ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਮਨ ਬੰਛਤ ਫਲ ਪਾਈਐ। ਜਿਤਨੀਆਂ ਵੀ ਮਨ ਦੀਆਂ ਵਾਸ਼ਨਾਵਾਂ ਨੇ, ਮਨ ਭਾਉਂਦੇ ਫਲ ਨੇ ਨਾ, ਸਾਰੀਆਂ ਹੀ ਸ਼ੁਭ ਭਾਵਨਾਵਾਂ ਸਤਿਗੁਰੂ ਜੀ ਕਿਰਪਾਲਤਾ ਕਰਕੇ ਪੂਰੀਆਂ ਕਰ ਦਿੰਦੇ ਨੇ। ਸਾਰੇ ਹੀ ਫਲ ਹੈ ਭਾਈ ਸਤਿਗੁਰੂ ਜੀ ਤੋਂ ਪ੍ਰਾਪਤ ਕਰ ਲਵੇਂਗਾ। ਐਸਾ ਹੈ ਸੁੱਖਾਂ ਦਾ ਦਾਤਾ ਨਾਮ। ਸਤਿਗੁਰੂ ਜੀ ਤੋਂ ਪ੍ਰਾਪਤ ਕਰ ਲਈਏ, ਦੁਨੀਆ ਦੇ ਅੰਦਰ ਰਹਿੰਦਿਆਂ ਹੋਇਆਂ ਹਰ ਇੱਕ ਪਦਾਰਥ ਮਿਲ ਜਾਂਦਾ ਹੈ। ਜਦੋਂ ਪ੍ਰਾਣਾ ਦਾ ਸਰੀਰ ਤੋਂ ਵਿਜੋਗ ਹੁੰਦਾ ਤੇ ਜਮਾਂ ਤੋਂ ਬੰਦ ਖਲਾਸੀ ਮਿਲ ਜਾਂਦੀ ਹੈ। ਤੇ ਜਮਾਂ ਤੋਂ ਛੁਟਕਾਰਾ ਪ੍ਰਾਪਤ ਕਰਕੇ ਜੀਵ ਜਾਂਦਾ ਕਿੱਥੇ ਹੈ? ਸੁੱਖਾਂ ਦੇ ਸੁੱਖ ਸਰੂਪ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਅਭੇਦਤਾ ਪ੍ਰਾਪਤ ਕਰਦਾ ਹੈ। ਬਹੁੜੋ ਜੰਮਣ ਮਰਨ ਵਿੱਚ ਨਹੀਂ ਆਉਂਦਾ। ਭਾਈ ਇਹ ਵੱਡੀ ਭਾਰੀ ਨਾਮ ਦੀ ਵਡਿਆਈ ਹੈ। ਨਾਮ ਇਸ਼ਟ ਮੀਤ ਸੁਤ ਕਰਤਾ। ਭਾਈ ਇਸ ਕਰਕੇ ਨਾਮ ਹੀ ਇਸ਼ਟ ਦੇਵ ਹੈ, ਨਾਮ ਹੀ ਗੁਰ ਪਰਮੇਸ਼ਰ ਹੈ, ਨਾਮ ਹੀ ਇਸ਼ਟ ਮੀਤ, ਨਾਮ ਹੀ ਪਿਆਰਾ ਮਿੱਤਰ ਹੈ। ਜਿਹੜੇ ਦੁਨਿਆਵੀ ਮਿੱਤਰ ਨੇ ਅੰਤਮ ਸਮੇਂ ਨਾਲ ਨਹੀਂ ਜਾਣਗੇ, ਪਰ ਯਾਦ ਰੱਖੀ ਨਾਮ ਐਸਾ ਪਿਆਰਾ ਮਿੱਤਰ ਹੈ ਜਿਹੜਾ ਦਰਗਾਹ ਦੇ ਵਿੱਚ ਵੀ ਤੇਰੇ ਨਾਲ ਜਾਵੇਗਾ। ਪੰਕਤੀ ਨੂੰ ਫਿਰ ਪੜ੍ਹ ਦਿਓ ਜੀ। ਨਾਮ ਇਸ਼ਟ ਮੀਤ ਸੁਤ ਕਰਤਾ। ਸੁਤ ਦਾ ਅਰਥ ਹੈ ਸਪੁੱਤਰ। ਨਾਮ ਹੀ ਸਪੁੱਤਰ ਰੂਪ ਹੈ ਤੇ ਨਾਮ ਹੀ ਕਰਤਾ ਬਾਪ ਰੂਪ ਹੈ। ਮਾਤਾ ਪਿਤਾ ਦੀ ਨਿਆਈ ਵੀ ਬਾਪ ਨਾਮ, ਜਿਵੇਂ ਮਾਤਾ ਪਿਤਾ ਬੱਚੇ ਦੀ ਪ੍ਰਤ ਪਾਲਣਾ ਕਰਦੇ ਨੇ, ਨਾਮ ਤੇਰੀ ਪ੍ਰਤ ਪਾਲਣਾ ਕਰੇਗਾ। ਤੇ ਸਪੁੱਤਰ ਦੀ ਨਿਆਈ ਵੀ ਨਾਮ, ਜਿਵੇਂ ਸਪੁੱਤਰ ਸੇਵਾ ਕਰਕੇ ਮਾਤਾ ਪਿਤਾ ਨੂੰ ਸੁੱਖ ਦਿੰਦਾ ਨਾ, ਭਾਈ ਐਵੇਂ ਜਪਿਆ ਹੋਇਆ ਨਾਮ ਤੈਨੂੰ ਸੁੱਖ ਦੇਵੇਗਾ। ਜਿਵੇਂ ਪਿਆਰੇ ਮਿੱਤਰ ਖੁਸ਼ੀਆਂ ਵਿੱਚ ਆ ਕਰਕੇ ਸ਼ਾਮਲ ਹੋ ਜਾਣ, ਖੁਸ਼ੀਆਂ ਦੁੱਗਣੀਆਂ ਹੋ ਜਾਂਦੀਆਂ ਨੇ। ਇਹ ਨਾਮ ਐਸਾ ਪਿਆਰਾ ਮਿੱਤਰ ਹੈ, ਵਾਹਿਗੁਰੂ ਜੀ ਦੇ ਨਾਲ ਮਿਲਾਪ ਦੀ ਖੁਸ਼ੀ ਨੂੰ ਦੁੱਗਣਾ ਕਰ ਦੇਵੇਗਾ। ਤੇ ਜਿਹੜੇ ਸੱਚੇ ਮਿੱਤਰ ਭੀੜਾ ਸਮੇਂ ਕੰਮ ਆਉਂਦੇ ਨੇ, ਪ੍ਰਾਣਾ ਦੇ ਵਿਜੋਗ ਕਾਲ ਦੇ ਸਮੇਂ ਜਮਾਂ ਤੋਂ ਬਚਾਉਣ ਵਾਸਤੇ ਨਾਮ ਸਹਾਇਤਾ ਕਰੇਗਾ। ਇਸ ਕਰਕੇ ਨਾਮ ਹੀ ਦੇਵਤਾ ਸਰੂਪ ਹੈ, ਨਾਮ ਹੀ ਮਿੱਤਰ ਸਰੂਪ ਹੈ, ਨਾਮ ਹੀ ਇਸ਼ਟਮੀਤ ਪਿਆਰਾ ਮਿੱਤਰ ਸਰੂਪ ਹੈ, ਨਾਮ ਹੀ ਸਪੁੱਤਰ ਰੂਪ ਹੈ, ਨਾਮ ਹੀ ਮਾਤਾ ਪਿਤਾ ਸਰੂਪ ਹੈ, ਤੇ ਨਾਮ ਹੀ ਕਰਤਾ ਹੈ। ਕਿਉਂਕਿ ਨਾਮੀ ਤੇ ਨਾਮ ਵਿੱਚ ਭੇਦ ਨਹੀਂ।
ਪਰਮਾਤਮਾ ਵਿੱਚ ਤੇ ਪਰਮਾਤਮਾ ਜੀ ਦੇ ਨਾਮ ਵਿੱਚ ਅੰਤਰ ਨਹੀਂ ਹੈ। ਪਰਮਾਤਮਾ ਜੀ ਸਾਰੇ ਸ੍ਰਿਸ਼ਟੀ ਦੇ ਕਰਤਾ ਨੇ, ਤੇ ਸ੍ਰਿਸ਼ਟੀ ਸਾਜੀ ਕਿਵੇਂ ਹੈ? ਓੰਕਾਰ ਉਚਾਰਨ ਕਰਕੇ, ਨਾਮ ਉਚਾਰਨ ਕਰਕੇ। ਇਸ ਕਰਕੇ ਨਾਮ ਹੀ ਤੇਰੇ ਸਰੀਰ ਦਾ ਤੇ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਜਾਣ ਲੈਣਾ ਕਰ। ਮਨ ਸੰਗ ਤੁਹਾਰੈ ਚਾਲੈ। ਹੇ ਮਨਾ, ਹੇ ਭਾਈ, ਜਦੋਂ ਸੰਸਾਰ ਤੋਂ ਪਰਲੋਕ ਦੇ ਵਿੱਚ ਜਾਵੇਗਾ ਨਾ, ਤੇ ਇਹ ਨਾਮ ਹੀ ਤੇਰੇ ਨਾਲ ਸੰਗੀ ਸਾਖੀ ਬਣ ਕੇ ਦਰਗਾਹ ਦੇ ਵਿੱਚ ਜਾਵੇਗਾ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਮਾਤਾ ਪਿਤਾ ਭੈਣ ਭਰਾ ਸੱਜਣ ਮਿੱਤਰ ਸੰਬੰਧੀ ਕੋਈ ਨਹੀਂ ਜਾਵੇਗਾ, ਪਰ ਨਾਮ ਉੱਥੇ ਵੀ ਤੇਰੇ ਨਾਲ ਨਿਭ ਜਾਵੇਗਾ। ਕਰ ਸੇਵਾ ਸਤਿਗੁਰ ਆਪਣੇ ਕੀ। ਇਸ ਕਰਕੇ ਹਜ਼ੂਰ ਸੱਚ ਦਾ ਉਪਦੇਸ਼ ਦੇਣਾ ਕਰਦੇ ਨੇ। ਇਹ ਨਾਮ ਸਤਿਗੁਰੂ ਜੀ ਮਿਲੇਗਾ ਕਿੱਥੋਂ? ਤੇ ਹਜ਼ੂਰ ਫਰਮਾਉਂਦੇ ਨੇ, ਆਪਣੇ ਸਤਿਗੁਰੂ ਜੀ ਦੀ ਸੇਵਾ ਦਿਨ ਰਾਤ ਸਮਾਹਿਤ ਚਿੱਤ ਦੇ ਨਾਲ, ਇਕਾਗਰ ਹੋ ਕਰਕੇ ਪ੍ਰੇਮ ਭਾਵਨਾ ਦੇ ਨਾਲ ਕਰਨੀ ਕਰ। ਗੁਰ ਤੇ ਪਾਈਐ ਪਾਲੈ। ਸਿੱਖੋ, ਇਹ ਜਿਹੜਾ ਨਾਮ ਹੈ ਨਾ, ਗੁਰੂ ਦੇ ਪਾਸੋਂ ਜਾ ਕਰਕੇ ਮੰਗਣਾ ਕਰੀਏ ਤੇ ਬੁੱਧੀ ਰੂਪੀ ਪੱਲੇ ਦੇ ਵਿੱਚ ਸਤਿਗੁਰੂ ਜੀ ਨਾਮ ਪਾਉਂਦੇ ਨੇ। ਹਿਰਦੇ ਰੂਪੀ ਪੱਲੇ ਦੇ ਵਿੱਚ ਸਤਿਗੁਰੂ ਜੀ ਹੀ ਨਾਮ ਨੂੰ ਬਖਸ਼ਿਸ਼ ਕਰਕੇ ਪਾ ਦੇਣਾ ਕਰਦੇ ਹਨ ਜੀ। ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ। ਜਿਸ ਵੇਲੇ ਪ੍ਰਭੂ ਪਰਮਾਤਮਾ ਜੀ ਦੇ ਸਰਗੁਣ ਸਰੂਪ ਕਿਰਪਾਲੂ ਸਤਿਗੁਰੂ ਜੀ ਜੀਵ ਦੇ ਉੱਪਰ ਕਿਰਪਾ ਦ੍ਰਿਸ਼ਟੀ ਨੂੰ ਧਾਰਨ ਕਰਦੇ ਹਨ, ਬਿਨਸੇ ਸਰਬ ਅੰਦੇਸਾ। ਫਿਰ ਸਾਰੇ ਜਿਹੜੇ ਅੰਦੇਸੇ ਨੇ ਉਹ ਬਿਨਸ ਜਾਂਦੇ ਨੇ, ਸਾਰੇ ਜਿਹੜੇ ਮਨ ਦੇ ਤੌਖਲੇ ਨੇ ਉਹ ਬਿਨਸ ਜਾਂਦੇ ਨੇ, ਜਿਸ ਵੇਲੇ ਸਤਿਗੁਰੂ ਜੀ ਕਿਰਪਾਲੂ ਹੋ ਕਰਕੇ ਮਿਹਰ ਕਰਦੇ ਹਨ ਜੀ। ਨਾਨਕ ਸੁਖ ਪਾਇਆ ਹਰ ਕੀਰਤਨ। ਗਰੀਬ ਨਿਵਾਜ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਸਿੱਖੋ ਅਸੀਂ ਪਰਮਾਤਮਾ ਜੀ ਦੀ ਕੀਰਤਨ ਭਗਤੀ ਕਰਕੇ ਆਤਮ ਸੁਖ ਨੂੰ ਪਾਇਆ ਹੈ। ਸਿੱਖੋ, ਜਿਸ ਕਿਸੇ ਨੇ ਵੀ ਆਦਿ ਸਮੇਂ ਤੋਂ ਸੁਖ ਨੂੰ ਪਾਇਆ ਹੈ, ਪਰਮਾਤਮਾ ਜੀ ਦੀ ਕੀਰਤਨ ਭਗਤੀ ਕਰਕੇ। ਕੀਰਤਨ ਤੋਂ ਨਿਰੋਲ ਕੀਰਤਨ ਵੀ ਹੈ, ਤੇ ਕੀਰਤਨ ਤੋਂ ਭਾਵ ਕੀਰਤਨ, ਨਿਰੋਲ ਕੀਰਤ ਭਾਵ ਨਿਰੋਲ ਜਸ। ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ, ਵਾਹਿਗੁਰੂ ਜੀ ਦੀ ਬੰਦਗੀ ਕਰਕੇ, ਸੇਵਾ ਸਿਮਰਨ ਕਰਕੇ ਹੀ ਸੁਖ ਪਾਇਆ ਹੈ। ਮਿਟਿਓ ਸਗਲ ਕਲੇਸਾ। ਤੇ ਜਿਨ੍ਹਾਂ ਨੇ ਨਾਮ ਨੂੰ ਜਪ ਕਰਕੇ, ਕੀਰਤਨ ਭਗਤੀ ਨੂੰ ਕਰਕੇ ਆਤਮ ਸੁਖ ਪਾਇਆ ਹੈ ਨਾ, ਉਹਨਾਂ ਦਾ ਜੰਮਣ ਮਰਨ ਦਾ, ਆਉਣ ਜਾਣ ਦਾ, ਰਾਗ ਦਵੈਖ ਦਾ, ਵਿਕਾਰਾਂ ਦਾ ਸਾਰਾ ਕਲੇਸ਼ ਹਿਰਦੇ ਚੋਂ ਮਿਟ ਗਿਆ ਹੈ। ਇਸ ਕਰਕੇ ਸਿੱਖੋ, ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਰੂਪੀ ਕੀਰਤਨ ਨੂੰ, ਨਾਮ ਰੂਪੀ ਜਸ ਨੂੰ ਸਦਾ ਜਪਦੇ ਰਹੋ। ਤੇ ਪ੍ਰਤੱਖ ਵੀ ਸਤਿਗੁਰੂ ਜੀ ਨੇ ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪਿਐ ਲਾਏ ਧਿਆਨਾ। ਆਪ ਤਾਰਾ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਓ ਜਾਏ ਦਾ। ਅਖੰਡ ਕੀਰਤਨ ਭੋਜਨ ਤਿੰਨ ਚੂਰਾ। ਇਹ ਜਿਹੜਾ ਇੱਕ ਰਸ ਅਖੰਡ ਕੀਰਤਨ ਹੋਣਾ ਹੈ ਨਾ, ਕੀਰਤਨ ਗਾਇਨ ਕਰਨਾ ਜਾਂ ਸਰਵਣ ਕਰਨਾ, ਇਹ ਗੁਰਸਿੱਖਾਂ ਦਾ ਚੂਰਾ ਚੂਰਮਾ ਹੈ, ਪੰਜੀਰੀ ਹੈ, ਸਨਿਗਧ ਭੋਜਨ ਹੈ। ਤੇ ਮਿਲਦਾ ਕਿਹਨਾਂ ਨੂੰ ਹੈ? ਕਹੋ ਨਾਨਕ ਜਿਨ ਸਤਿਗੁਰ ਪੂਰਾ। ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਗੁਰੂ ਰੂਪ ਵਿੱਚ ਮਿਲੇ ਨੇ, ਇਹ ਚੂਰਮਾ, ਇਹ ਸਨਿਗਧ ਭੋਜਨ ਕੀਰਤਨ ਉਹਨਾਂ ਨੂੰ ਮਿਲਦਾ, ਸਭਨਾਂ ਨੂੰ ਨਹੀਂ ਮਿਲਦਾ ਜੀ। ਇਸੇ ਪ੍ਰਕਾਰ ਹਜ਼ੂਰ ਦਾ ਪਾਵਨ ਫਰਮਾਨ, ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਪਾਰ ਬ੍ਰਹਮ ਪਰਮਾਤਮਾ ਜੀ ਜਿਸ ਵੇਲੇ ਸਹਾਇਕ ਬਣਦੇ ਨੇ, ਬਖਸ਼ਿਸ਼ ਕਰਦੇ ਨੇ, ਫਿਰ ਕਥਾ ਦੀ ਤੇ ਕੀਰਤਨ ਕਰਨੇ ਅਥਵਾ ਸਰਵਣ ਕਰਨੇ ਦੀ ਦਾਤ ਮਿਲਦੀ ਹੈ। ਵਾਹਿਗੁਰੂ ਜੀ ਦਾ ਸਦਾ ਸ਼ੁਕਰਾਨਾ ਕਰਦੇ ਰਹੀਏ। ਗਰੀਬ ਨਿਵਾਜ ਕਿਰਪਾਲਤਾ ਕਰੋ ਸੱਚੇ ਪਾਤਸ਼ਾਹ, ਮਨੁੱਖਾ ਜਨਮ ਬਖਸ਼ਿਆ, ਇਹ ਆਪ ਜੀ ਦੀ ਨਦਰ ਹੋਈ ਹੈ। ਸਾਨੂੰ ਕੀਰਤਨ ਭਗਤੀ, ਵਾਹਿਗੁਰੂ ਜੀ ਦੀ ਬੰਦਗੀ ਰੂਪੀ ਪ੍ਰੇਮਾ ਭਗਤੀ ਬਖਸ਼ਿਸ਼ ਕਰਨਾ ਕਰੋ, ਜਿਸ ਦੇ ਨਾਲ ਇਹ ਮਨੁੱਖਾ ਜਨਮ ਸਫਲਾ ਹੋ ਜਾਵੇ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਲੜੀਵਾਰ ਚੱਲ ਰਹੀ ਗੁਰਬਾਣੀ ਦੀ ਕਥਾ ਦੁਆਰਾ ਗੁਰ ਸ਼ਬਦ ਦੀ ਵਿਚਾਰ ਬਖਸ਼ੀ ਹੈ ਜੀ। ਤੇ ਸਾਧ ਸੰਗਤ ਜੀ, ਅੱਜ ਸੰਤ ਬਾਬਾ ਅਮੀਰ ਸਿੰਘ ਜੀ ਮਹਾਂਪੁਰਖਾਂ ਦੀ ਬਰਸੀ ਵੀ ਹੈ, ਜਿਹੜੀਆਂ ਕਲਗੀਧਰ ਸੱਚੇ ਪਾਤਸ਼ਾਹ ਜੀ ਤੋਂ 2 ਟਕਸਾਲਾਂ ਚੱਲੀਆਂ ਨੇ। ਆਪ ਵਰਸਾਏ ਹੋਏ ਮਹਾਂਪੁਰਖ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਦਮਦਮੀ ਟਕਸਾਲ ਦਮਦਮਾ ਸਾਹਿਬ ਤੋਂ, ਤੇ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਮਾਤਾ ਜੀ ਨੇ ਹੁਕਮ ਦੇ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਥਾਪਿਆ ਨਾ। ਤੇ ਸਤਿਗੁਰਾਂ ਦੀ ਆਗਿਆ ਦੇ ਨਾਲ ਅਰਥਾਂ ਦੀ ਟਕਸਾਲ ਭਾਈ ਮਨੀ ਸਿੰਘ ਸਾਹਿਬ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਸਤੋ ਕੀ ਗਲੀ ਅੱਜ ਵੀ ਚੱਲਦੀ ਏ। ਉਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਚਲਾਵਣਾ ਕੀਤੀ ਸੀ ਅਰਥਾਂ ਦੀ ਟਕਸਾਲ। ਤੇ ਸੂਖਸ਼ਮ ਜੇ ਸਮੇਂ ਅੰਦਰ ਸੂਖਸ਼ਮ ਸ਼ਬਦਾਂ ਦੇ ਨਾਲ ਬੇਨਤੀ ਕਰਾਂ,
ਬਾਬਾ ਅਮੀਰ ਸਿੰਘ ਜੀ ਐਸੇ ਮਹਾਂਪੁਰਖ ਹੋਏ ਨੇ 15 ਸਾਲ ਦੀ ਅਵਸਥਾ ਦੇ ਅੰਦਰ ਆਪ ਜੀ ਦੇ ਪਿਤਾ ਭਾਈ ਪ੍ਰੇਮ ਸਿੰਘ ਜੀ ਸੰਤ ਬਾਬਾ ਜਵਾਹਰ ਸਿੰਘ ਦੀ ਸ਼ਰਨ ਦੇ ਵਿੱਚ ਲੈ ਕਰਕੇ ਆਏ। ਆ ਕਰਕੇ ਬ੍ਰਹਮ ਵਿਦਿਆ ਨੂੰ ਆਪ ਜੀ ਨੇ ਪ੍ਰਾਪਤ ਕੀਤਾ ਤੇ ਮਾਤਾ ਨੇ ਜਾਣਿਆ ਪੁੱਤਰ ਬ੍ਰਹਮ ਵਿਦਿਆ ਪੜ੍ਹ ਕੇ ਵਾਪਸ ਘਰ ਆ ਜਾਵੇਗਾ, ਪਰ ਬ੍ਰਹਮ ਵਿਦਿਆ ਦੇ ਅੰਦਰ ਐਸਾ ਲੀਨ ਹੋ ਗਏ ਕਿ ਘਰ ਪਰਿਵਾਰ ਦਾ ਮੋਹ ਹੀ ਛੁੱਟ ਗਿਆ। ਮਾਤਾ ਜੀ ਅਤਿਅੰਤ ਪਿਆਰ ਕਰਕੇ ਲੈਣ ਵਾਸਤੇ ਆਏ, ਬਾਬਾ ਜਵਾਹਰ ਸਿੰਘ ਜੀ ਨੂੰ ਬੇਨਤੀ ਕਰਕੇ ਨਾਲ ਲੈ ਗਏ। ਘਰ ਜਾ ਕੇ ਮਨ ਨਹੀਂ ਲੱਗਾ ਤੇ ਫਿਰ ਵਾਪਸ ਜਥੇ ਵਿੱਚ ਆ ਗਏ। ਦੁਬਾਰਾ ਮਾਤਾ ਜੀ ਲੈਣ ਆ ਗਏ। ਹੁਣ ਮਹਾਂਪੁਰਖ ਜਾਣਦੇ ਨੇ ਬਾਬਾ ਜਵਾਹਰ ਸਿੰਘ ਜੀ ਜੇ ਹੁਣ ਭੇਜ ਦਿੱਤਾ ਇਹਨਾਂ ਫਿਰ ਆ ਜਾਣਾ ਹੈ ਤੇ ਮਾਤਾ ਜੀ ਨੂੰ ਖਾਲੀ ਮੋੜਨਾ ਵੀ ਬਣਦਾ ਨਹੀਂ। ਸੱਦ ਕਰਕੇ ਪੁੱਛਣਾ ਕੀਤਾ, ਅਮੀਰ ਸਿਆਂ ਕੀ ਫੁਰਨਾ ਹੈ ਤੇਰਾ, ਮਨ ਕੀ ਬੋਲਦਾ ਹੈ? ਤੇਰੇ ਮਾਤਾ ਜੀ ਲੈਣ ਵਾਸਤੇ ਆਏ ਨੇ। ਤੇ ਸੰਤ ਅਮੀਰ ਸਿੰਘ ਜੀ ਅਜੇ ਵਿਦਿਆਰਥੀ ਰੂਪ ਵਿੱਚ ਸਨ। ਬਾਬਾ ਜਵਾਹਰ ਸਿੰਘ ਜੀ ਮਹਾਂਪੁਰਖਾਂ ਨੂੰ ਕਹਿਣ ਲੱਗੇ, ਮਹਾਂਪੁਰਖੋ ਮਾਤਾ ਵਿਚਾਰੀ ਮੋਹ ਦੀ ਮਾਰੀ, ਪੁੱਤਰ ਮੋਹ ਦੀ ਮਾਰੀ ਹੋਈ ਸਾਨੂੰ ਲੈਣ ਆਉਂਦੀ ਏ, ਪਰ ਸਾਡਾ ਜਾਣ ਨੂੰ ਚਿੱਤ ਨਹੀਂ ਕਰਦਾ। ਪੁੱਤਰ ਮੋਹ ਮਾਤਾ ਕੋਲੋਂ ਨਹੀਂ ਛੱਡਿਆ ਜਾਂਦਾ, ਇਸੇ ਪ੍ਰਕਾਰ ਸੰਗਤ ਸਾਡੇ ਤੋਂ ਨਹੀਂ ਛੱਡੀ ਜਾਂਦੀ। ਤੁਸੀਂ ਕਿਰਪਾ ਕਰਕੇ ਮਾਤਾ ਨੂੰ ਪੁੱਤਰ ਹੀ ਹੋਰ ਬਖਸ਼ ਦਿਓ, ਸਾਡਾ ਮੋਹ ਨਾ ਕਰੇ ਤੇ ਨਾ ਸਾਨੂੰ ਲੈਣ ਆਵੇ। ਮਹਾਂਪੁਰਖਾਂ ਨੇ ਵਚਨ ਕਰ ਦਿੱਤਾ, ਮਾਤਾ ਇਸ ਦਾ ਮੋਹ ਤਿਆਗ ਦੇ, ਇਹ ਗੁਰੂ ਕਾ ਹੋ ਚੁੱਕਿਆ ਹੈ, ਪਰ ਗੁਰੂ ਕੇ ਖਜ਼ਾਨੇ ਚੋਂ ਤੈਨੂੰ ਹੋਰ ਪੁੱਤਰ ਅਰਦਾਸ ਕਰਕੇ ਬਖਸ਼ਦੇ ਆ, ਉਸ ਨੂੰ ਪ੍ਰੇਮ ਦੇ ਨਾਲ ਪਾਲ ਲੈਣਾ ਕਰੀ। ਤੇ ਸਾਧ ਸੰਗਤ ਜੀ ਬ੍ਰਹਮ ਵਿਦਿਆ ਪੜ੍ਹ ਕਰਕੇ ਆਤਮ ਗਿਆਨੀ ਬਣੇ। ਜਿਸ ਵੇਲੇ ਬਾਬਾ ਜਵਾਹਰ ਸਿੰਘ ਜੀ ਸੱਚਖੰਡਾ ਪਿਆਨਾ ਕਰਨ ਲੱਗੇ ਤੇ ਬਾਬਾ ਉੱਤਮ ਸਿੰਘ ਜੀ ਨੂੰ ਸੌਂਪ ਗਏ, ਹੁਣ ਇਹਨਾਂ ਦੀ ਬਾਂਹ ਤੁਸੀਂ ਫੜੋ। ਤੇ ਬਾਬਾ ਉੱਤਮ ਸਿੰਘ ਜੀ ਮਹਾਂਪੁਰਖਾਂ ਨੇ ਆਪਣੇ ਹੱਥਾਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਣ ਦੀ ਸੇਵਾ ਕਰਿਆ ਕਰਦੇ ਸਨ। ਇੱਕ ਸਮੇਂ ਕਸ਼ਮੀਰ ਦੇ ਵਿੱਚੋਂ ਪੇਪਰ ਕਾਗਜ਼ ਮੰਗਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲਿਖਣ ਵਾਸਤੇ, ਤੇ ਉਹ ਕਾਗਜ਼ ਜਦੋਂ ਇਕੱਠੇ ਕਰ ਲਏ ਜਾਂਦੇ ਸਨ ਤਾਂ ਫੁੱਲ ਜਾਂਦੇ ਸਨ, ਆਕਾਰ ਵੱਡਾ ਹੋ ਜਾਂਦਾ ਸੀ ਫੁਲਾਵਟ ਦੇ ਸਹਿਤ। ਬਾਬਾ ਉੱਤਮ ਸਿੰਘ ਸਾਹਿਬ ਜੀ ਨੇ ਪਾਵਨ ਸਰੂਪ ਲਿਖਿਆ ਤੇ ਉਹ ਆਕਾਰ ਵੱਡਾ ਹੋਈ ਜਾਵੇ, ਜਿਵੇਂ ਕਾਗਜ਼ ਫੁੱਲੇ ਹੁੰਦੇ ਨੇ, ਅੰਗ ਮਹਾਰਾਜ ਜੀ ਦੇ ਕੁਝ ਇਵੇਂ ਲੱਗਦੇ ਨੇ। ਤੇ ਜਿਸ ਵੇਲੇ ਜਿਲਦ ਬੰਨੀ ਗਈ ਤੇ ਉੱਪਰ ਭਾਰ ਰੱਖ ਦਿੱਤਾ, ਕਾਫੀ ਸਾਰਾ ਵਜਨ ਰੱਖ ਦਿੱਤਾ ਕਿ ਜਿਹੜੇ ਮਹਾਰਾਜ ਸਾਹਿਬ ਜੀ ਦੇ ਅੰਗ ਨੇ ਇਹ ਇਸ ਤਰੀਕੇ ਦੇ ਨਾਲ, ਸਧਾਰਨ ਤਰੀਕੇ ਦੇ ਨਾਲ ਜਿਹੜੇ ਨੇ ਉਹ ਹੋ ਜਾਣ ਤੇ ਫੁਲਾਵਟ ਵਾਲਾ ਜਿਹੜਾ ਆਕਾਰ ਉਹ ਹਟ ਜਾਵੇ। ਤੇ ਜਿਸ ਦਿਨ ਤੋਂ ਬਾਬਾ ਉੱਤਮ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਵਜਨ ਰੱਖ ਦਿੱਤਾ, ਭਾਰ ਰੱਖ ਦਿੱਤਾ ਨਾ, ਉਸੇ ਦਿਨ ਤੋਂ ਆਪ ਮੰਜੇ ਤੇ ਪੈ ਗਏ, ਬਿਮਾਰ ਹੋ ਗਏ। ਬੜਾ ਇਲਾਜ ਕਰਾਇਆ, ਬੜੇ ਵੈਦਾਂ ਤੋਂ ਦਵਾਈਆਂ ਲਈਆਂ, ਬੜੇ ਯਤਨ ਕੀਤੇ, ਪਰ ਠੀਕ ਨਾ ਹੋਣ। 2 ਮਹੀਨਿਆਂ ਦਾ ਸਮਾਂ ਲੰਘ ਗਿਆ। ਤੇ ਸਾਧ ਸੰਗਤ ਜੀ ਫਿਰ ਇੱਕ ਦਿਨ ਬਾਬਾ ਅਮੀਰ ਸਿੰਘ ਜੀ ਹੱਥ ਜੋੜ ਕਰਕੇ ਕਹਿਣ ਲੱਗੇ, ਮਹਾਂਪੁਰਖੋ ਆਪ ਜੀ ਸਾਡੇ ਵਿਦਿਆ ਦਾਤੇ, ਸਾਡੇ ਉਸਤਾਦ ਹੋ, ਕੁਝ ਕਹਿਣਾ ਬਣਦਾ ਨਹੀਂ, ਪਰ ਆਪ ਜੀ ਵੀ ਜਾਣਦੇ ਹੋ ਸਭ ਤੋਂ ਉੱਤਮ ਤੇ ਸਰਵਸ੍ਰੇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਮਹਾਰਾਜ ਜੀ ਦੀ ਬਾਣੀ ਹੈ। ਸਾਨੂੰ ਇਵੇਂ ਪ੍ਰਤੀਤ ਹੁੰਦਾ ਹੈ ਜਿਸ ਦਿਨ ਤੋਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਭਾਰ ਰੱਖ ਦਿੱਤਾ ਹੈ, ਉਸ ਦਿਨ ਤੋਂ ਤੁਹਾਡੇ ਤੇ ਭਾਰ ਪੈ ਗਿਆ ਹੈ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਤੋਂ ਭਾਰ ਚੁੱਕ ਦੇਣਾ ਚਾਹੀਦਾ ਹੈ। ਸਤਿਗੁਰੂ ਜੀ ਦੀ ਬਖਸ਼ਿਸ਼ ਹੋ ਗਈ ਤਾਂ ਠੀਕ ਹੋ ਜਾਵੋਗੇ। ਤੇ ਮਹਾਂਪੁਰਖਾਂ ਨੇ ਆਪਣੇ ਹੋਣਹਾਰ ਵਿਦਿਆਰਥੀ ਦੇ ਬਚਨ ਨੂੰ ਮੰਨਿਆ। ਆਪਣੀ ਭੁੱਲ ਚੇਤੇ ਆਈ, ਮਹਾਰਾਜ ਸਾਹਿਬ ਜੀ ਦੇ ਸਰੂਪ ਦੇ ਉੱਪਰ ਭਾਰ ਨਹੀਂ ਸੀ ਰੱਖਣਾ ਚਾਹੀਦਾ। ਜਦੋਂ ਭਾਰ ਲਾ ਦਿੱਤਾ ਤੇ ਸਾਧ ਸੰਗਤ ਜੀ ਬਾਬਾ ਉੱਤਮ ਸਿੰਘ ਜੀ ਉਸੇ ਦਿਨ ਹੀ ਠੀਕ ਹੋ ਗਏ। ਸਮਾਂ ਪਾ ਕਰਕੇ ਬਾਬਾ ਅਮੀਰ ਸਿੰਘ ਜੀ ਭਾਈ ਮਨੀ ਸਿੰਘ ਸਾਹਿਬ ਜੀ ਦੀ ਟਕਸਾਲ ਦੇ ਮੁਖੀ ਬਣੇ। ਤੇ ਸਾਧ ਸੰਗਤ ਜੀ 24 ਸਾਲ ਦੀ ਉਮਰ ਤੋਂ ਲੈ ਕਰਕੇ 84 ਸਾਲ ਦੀ ਉਮਰ ਤੱਕ 60 ਸਾਲਾਂ ਦੇ ਵਿੱਚ 60 ਸੰਪੂਰਨ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੀਤੀਆਂ। ਹਰ ਸਾਲ ਕਥਾ ਪ੍ਰਾਰੰਭ ਕਰਨੀ ਤੇ ਦੀਵਾਲੀ ਦੇ ਜੋੜ ਮੇਲੇ ਤੋਂ ਪਹਿਲਾਂ ਭੋਗ ਪਾਉਣਾ। 60 ਕਥਾ ਆਪਣੇ ਜੀਵਨ ਦੇ ਵਿੱਚ ਇੱਕ ਰਿਕਾਰਡ ਹੈ ਆਪ ਜੀ ਦੇ ਜੀਵਨ ਦਾ। ਹਰ ਸਾਲ ਇੱਕ ਕਥਾ ਕਰਨੀ ਤੇ ਸਾਰਾ ਦਿਨ ਵਿਦਿਆਰਥੀਆਂ ਨੂੰ, ਸਿੰਘਾਂ ਨੂੰ ਗੁਰਬਾਣੀ ਪੜ੍ਹਾਉਣੀ। ਇੱਕ ਵਾਰ ਇੱਕ ਗੁਰਮੁਖ ਪਿਆਰਾ ਥਾਣੇਦਾਰ ਆਪ ਜੀ ਦੇ ਕੋਲ ਆਇਆ, ਜੀ ਮੇਰੇ ਕੋਲ 3 ਘੰਟੇ ਦਾ ਹੀ, ਵਾਹਿਗੁਰੂ ਮੇਰੇ ਕੋਲ 3 ਮਹੀਨਿਆਂ ਦਾ ਹੀ ਸਮਾਂ ਹੈ, ਮੈਂ 3 ਮਹੀਨਿਆਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਸੰਥਿਆ ਕਰਨੀ ਚਾਹੁੰਦਾ ਤੇ ਅਰਥ ਵੀ ਸੁਣਨਾ ਚਾਹੁੰਦਾ। ਐਸੀ ਭਾਵਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਥਾਏ ਸੀ, ਨੇਮ ਹੀ ਬਣਾ ਲਿਆ। ਅੰਮ੍ਰਿਤ ਵੇਲੇ ਉੱਠ ਕਰਕੇ ਨਿਤਨੇਮ ਕਰਕੇ ਤੇ ਉਸ ਨੂੰ ਸੰਥਿਆ ਪੜ੍ਹਾ ਕੇ ਅਰਥ ਨਾਲ ਕਰਾਉਣੇ, ਬੈਠਿਆਂ ਹੋਇਆਂ ਵੀ, ਬਿਰਾਜਿਆ ਹੋਇਆਂ ਵੀ, ਪ੍ਰਸ਼ਾਦਾ ਛਕਦਿਆਂ ਵੀ, ਹਰ ਵੇਲੇ ਉਸ ਨੂੰ ਗੁਰਬਾਣੀ ਦੀ ਸੰਥਿਆ ਤੇ ਅਰਥ ਹੀ ਕਰਾਉਂਦੇ ਰਹਿਣੇ। ਤੇ 3 ਮਹੀਨੇ ਪੂਰੇ ਹੋਣ ਤੋਂ ਪਹਿਲਾਂ ਸੰਪੂਰਨ ਸੰਥਿਆ ਤੇ ਅਰਥ ਪੜ੍ਹਾ ਦਿੱਤੇ। ਕਹਿਣ ਲੱਗੇ, ਲੈ ਪ੍ਰੇਮੀਆਂ, ਤੇਰਾ ਕਾਰਜ ਸਤਿਗੁਰੂ ਜੀ ਨੇ ਸੰਪੂਰਨ ਕਰ ਦਿੱਤਾ ਹੈ। ਐਸੇ ਗੁਰਬਾਣੀ ਦੇ ਰਸੀਏ, ਨਾਮ ਬਾਣੀ ਦੇ ਰਸੀਏ
ਤੇ ਜਿਹੜੇ ਆਪ ਜੀ ਨੇ ਅਰਥ ਵੱਡਿਆ ਮਹਾਂਪੁਰਖਾਂ ਤੋਂ ਪੜ੍ਹੇ ਤੇ ਸੰਗਤ ਵਿੱਚ ਕਰਿਆ ਕਰਦੇ, ਜਿਹੜੀਆਂ 60 ਕਥਾ ਕੀਤੀਆਂ, ਉਹਨਾਂ ਅਰਥਾਂ ਨੂੰ ਸ਼ਰਵਣ ਕਰਕੇ, ਉਹਨਾਂ ਦੀਆਂ ਕੈਸਟਾਂ ਟੇਪਾਂ ਕਰਕੇ ਅੱਗੇ ਉਤਾਰਾ ਸੰਤ ਬਾਬਾ ਕਿਰਪਾਲ ਸਿੰਘ ਜੀ ਨੇ ਕੀਤਾ। ਤੇ ਸੰਤ ਬਾਬਾ ਅਮੀਰ ਸਿੰਘ ਜੀ ਦੀ ਕਥਾ ਦਾ ਉਤਾਰਾ ਕਰਨੇ ਦੇ ਕਰਕੇ ਉਹ ਜਿਹੜੇ ਅਰਥ ਬਣੇ, ਅਰਥਾਂ ਦੀਆਂ ਪੋਥੀਆਂ 10 ਭਾਗ ਬਣੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਹੋਇਆ, ਸਟੀਕ ਹੋਈ, ਉਸ ਦਾ ਨਾਮ ਮਹਾਂਪੁਰਖਾਂ ਦੇ ਨਾਮ ਤੋਂ ਅਮੀਰ ਭੰਡਾਰ ਰੱਖਿਆ ਗਿਆ। ਤੇ ਜਿੰਨੀਆਂ ਵੀ ਟਕਸਾਲਾਂ ਨੇ, ਜਿੰਨੀਆਂ ਜਥੇਬੰਦੀਆਂ ਨੇ ਨਾ, ਸਾਰੀਆਂ ਟਕਸਾਲਾਂ ਜਥੇਬੰਦੀਆਂ ਦੇ ਅੰਦਰ ਅਮੀਰ ਭੰਡਾਰ ਗ੍ਰੰਥ ਨੂੰ ਹੀ ਪੜ੍ਹਾਇਆ ਜਾਂਦਾ ਹੈ। ਬੇਨਤੀ ਕਰਾਂ, ਦਮਦਮੀ ਟਕਸਾਲ ਦੇ ਵਿੱਚ, ਬਾਬਾ ਦੀਪ ਸਿੰਘ ਸਾਹਿਬ ਜੀ ਵਾਲੀ ਟਕਸਾਲ ਦੇ ਵਿੱਚ ਸੰਤ ਬਾਬਾ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਵਾਲੇ ਕੀਤੇ ਹੋਏ ਅਰਥਾਂ ਦੀਆਂ ਕੈਸਟਾਂ ਤੋਂ, ਉਹਨਾਂ ਟੇਪਾਂ ਤੋਂ ਹੁਣ ਉਤਾਰੇ ਹੋ ਕਰਕੇ ਗੁਰਬਾਣੀ ਅਰਥ ਭੰਡਾਰ ਨਾਮ ਦਾ ਗ੍ਰੰਥ ਬਣਿਆ। ਪਰ ਪਹਿਲਾਂ ਬਾਬਾ ਦੀਪ ਸਿੰਘ ਸਾਹਿਬ ਜੀ ਵਾਲੀ ਟਕਸਾਲ, ਜਿਸ ਨੂੰ ਭਿੰਡਰਾਂ ਵਾਲੀ ਟਕਸਾਲ ਕਿਹਾ ਜਾਂਦਾ ਹੈ, ਸੰਤ ਬਾਬਾ ਜਰਨੈਲ ਸਿੰਘ ਜੀ ਜਿਸ ਦੇ 14ਵੇਂ ਮੁਖੀ ਨੇ ਤਾਂ ਭਿੰਡਰਾਂ ਵਾਲੀ ਟਕਸਾਲ ਕਿਹਾ ਜਾਂਦਾ ਹੈ, ਉਸ ਦੇ ਅੰਦਰ ਵੀ ਇਹ ਅਮੀਰ ਭੰਡਾਰ ਗ੍ਰੰਥ ਤੋਂ ਹੀ ਅਰਥ ਪੜ੍ਹਾਏ ਜਾਂਦੇ ਨੇ। ਐਸੀ ਵੱਡੀ ਭਾਰੀ ਕੌਮ ਦੀ ਸੇਵਾ, ਪੰਥ ਦੀ ਸੇਵਾ, ਅਮੋਲਕ ਖਜ਼ਾਨਾ ਪੰਥ ਨੂੰ, ਸੰਗਤ ਨੂੰ ਬਖਸ਼ ਦਿੱਤਾ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਅਰਥ ਸੰਗਤਾਂ ਵਿੱਚ ਪੜ੍ਹੇ, ਸੁਣੇ ਤੇ ਵਿਚਾਰੇ ਜਾਂਦੇ ਰਹਿਣ। ਸੋ ਐਸੇ ਮਹਾਂਪੁਰਖਾਂ ਦੀ ਅੱਜ ਬਰਸੀ ਦਾ ਦਿਨ ਹੈ। ਸੋ ਮਹਾਂਪੁਰਖ ਕੱਤਕ ਦੇ ਮਹੀਨੇ ਸੰਗਰਾਂਦ ਵਾਲੇ ਦਿਨ 2021 ਦੇ ਵਿੱਚ, ਅੱਜ ਤੋਂ 66 ਸਾਲ ਪਹਿਲਾਂ ਸੱਚਖੰਡ ਗਮਨ ਕਰ ਗਏ ਸਨ। ਐਸੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪੰਥ ਦੇ ਹੀਰੇ, ਫੁਲਵਾੜੀ ਦੇ ਮਹਿਕਦੇ ਹੋਏ ਫੁੱਲ ਸੰਤ ਬਾਬਾ ਅਮੀਰ ਸਿੰਘ ਜੀ, ਤਿੰਨਾਂ ਦੀ ਸੇਵਾ ਘਾਲਣਾ ਨੂੰ ਪ੍ਰਣਾਮ। ਤੇ ਸੰਗਰਾਂਦ ਦੇ ਦਿਹਾੜੇ ਸਰਬਤ ਸੰਗਤਾਂ ਨੇ ਗੁਰਚਰਨਾਂ ਵਿਖੇ ਹਾਜ਼ਰੀਆਂ ਭਰੀਆਂ ਨੇ। ਗੁਰਚਰਨਾਂ ਵਿਖੇ ਅਰਜ਼ੋਈ ਕਰੀਏ ਸੱਚੇ ਪਾਤਸ਼ਾਹ, ਜੋ ਨਵੇਂ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ, ਆਪ ਜੀ ਦੀ ਸੰਗਤ ਦੇ ਅੰਦਰ, ਆਪ ਜੀ ਦੇ ਭਾਣੇ ਦੇ ਅੰਦਰ ਨਾਮ ਬਾਣੀ ਦਾ ਸਿਮਰਨ ਜਾਪ ਅਭਿਆਸ ਕਰਦੇ ਹਾਂ, ਆਪ ਜੀ ਦੇ ਹੁਕਮ ਅੰਦਰ ਬਤੀਤ ਹੋਵੇ, ਆਪ ਜੀ ਦੇ ਹੁਕਮਾਂ ਨੂੰ ਕਮਾਉਂਦਿਆਂ ਬਤੀਤ ਹੋਵੇ ਜੀ। ਗਰੀਬ ਨਿਵਾਜ ਸਤਿਗੁਰੂ ਜੀ ਆਪ ਜੀ ਦੀ ਸਮੁੱਚੀ ਗੁਰਬਾਣੀ, ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮਤ ਬਖਸ਼ੋ ਜੀ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਖਤਾਂ ਤੇ ਸ਼ੋਭਨੀ ਕੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਸੁਭਾਇਮਾਨੋ, ਕਿਰਪਾ ਕਰਕੇ ਬਖਸ਼ ਲਵੋ। ਗੁਰੂ ਕੀ ਪਿਆਰੀ ਸਾਧ ਸੰਗਤ ਬਖਸ਼ਣ ਯੋਗ ਹੈ, ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਸਤਿਗੁਰੂ ਜੀ ਕਿਰਪਾਲਤਾ ਕਰਕੇ ਗੁਰਬਾਣੀ ਦੇ ਭਾਵ, ਗੁਰਮਤਿ ਨੂੰ ਸਾਡੇ ਸਾਰਿਆਂ ਦੇ ਹਿਰਦਿਆਂ ਦੇ ਅੰਦਰ ਵਸਾ ਦੇਣ, ਜਿਸ ਦੇ ਨਾਲ ਸਤਿਗੁਰੂ ਜੀ ਦੀ ਸਨਮੁਖਤਾ ਬਣੀ ਰਵੇ ਤੇ ਗੁਰ ਚਰਨਾਂ ਵਿਖੇ ਪ੍ਰਵਾਨ ਚੜ ਜਾਈਏ। ਸਤਿਗੁਰੂ ਜੀ ਸਭਨਾਂ ਦੀਆਂ ਭਾਵਨਾ, ਮਨੋਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨ, ਦਰੋਂ ਘਰੋਂ ਗੁਰਸਿੱਖੀ ਜੀਵਨ ਬਖਸ਼ ਕਰਕੇ ਕਿਰਤਾਰਥਰਨ ਯਾਤਰਾ ਸਫਲ ਕਰਨ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ, ਬਿਨਸੇ ਸਰਬ ਅੰਦੇਸਾ, ਨਾਨਕ ਸੁਖ ਪਾਇਆ ਹਰ ਕੀਰਤਨ, ਮਿਟਿਓ ਸਗਲ ਕਲੇਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत ही पार ब्रह्म अविनाशी अगनास, हे पूरन हे सर्ब मैं दुख पंजन गुणतास, हे संगी हे निरंकार, हे निर्गुण सब टेक, हे गोविद हे गुण निधान, जाकै सदा विवेक, हे अपरंपर हर हरे है पीहोवन हार, हे संतः कै सदा संग निधारा आधार, हे ठाकुर हो दसरो मैं निर्गुण गुण नहीं कोई, नानक दीजै नाम दान राखो हिय परोई, आई प्रभ शरणागति कृपा निध दयाल, एक अक्षर हर मन बसत नानक होत निहाल, वाहिगुरु नाम जहाज है चढ़े सो उतरै पार, जो सरदा कर सेव दे गुर पार उतारन हार,
कथा निता प्रत होत है, सुनो सो सिंह सुजान। नानक गुरु गोबिंद सिंह जी, सदा कर कल्याण। नानक गुरु गोबिंद सिंह जी, सदा कर कल्याण। वाहिगुरु जी का खालसा, वाहिगुरु जी की फतेह। गाज के जयकारा जावे, सो निहाल हो जावे। सत श्री अकाल। गुरबर अकाल देग तेग, फतेह गुरु पंथ खालसे दी। ਚੜ੍ਹਦੀ ਕਲਾ ਰਖਣੀ, ਸੱਚੇ ਪਾਤਸ਼ਾਹ ਜੀ ਮਹਾਰਾਜ।